ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪਰਤਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ। ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੇ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਸੁਭਾਈਮਾਨ ਚਾਵਰ ਸ਼ਾਦਾਰ ਤਖਤ ਜੀ ਦੇ ਮਾਲਕ, ਯਾਹਰਾ ਜਹੂਰ ਹਾਜ਼ਰਾ ਹਜੂਰ ਸਤਿਗੁਰੂ ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਤੇ ਮੱਸਿਆ ਦੇ ਦਿਹਾੜੇ ਤੇ ਸਜੇ ਹੋਏ ਦੀਵਾਨਾਂ ਅੰਦਰ ਸਤ ਸੰਗਤ ਰੂਪ ਹੋ ਕਰਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਵਡਭਾਗੇ ਹੋ। ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਦਾਸ ਤੋਂ ਪਹਿਲਾਂ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਬੋਪਾ ਰਾਏ, ਜੋ ਇਸ ਪਾਵਨ ਅਸਥਾਨ ਤੇ ਹਜੂਰੀ ਰਾਗੀ ਜਥੇ ਦੀ ਸੇਵਾ ਨਿਭਾਉਂਦੇ ਨੇ, ਤਿਨਾਂ ਦੇ ਪਾਸੋਂ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਕੁਝ ਸਮਾਂ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਨੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਜਿੱਥੇ ਸਾਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਸਿੰਘ ਬਣਾਇਆ ਹੈ, ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਨਿਤਨੇਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਨਿਤਨੇਮ ਦੇ ਵਿੱਚ ਅਸੀਂ ਅੰਮ੍ਰਿਤ ਵੇਲੇ 5 ਬਾਣੀਆਂ ਦਾ ਪਾਠ ਕਰਦੇ ਹਾਂ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ। ਇਸੇ ਤਰ੍ਹਾਂ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਰਹਿਰਾਸ ਸਾਹਿਬ ਜੀ ਦਾ ਪਾਠ ਅਤੇ ਸੌਣ ਲੱਗਿਆਂ ਕੀਰਤਨ ਸੋਹਲੇ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਇਸ ਤੋਂ ਵੱਧ ਅਸੀਂ ਜਿੰਨੀ ਮਰਜ਼ੀ ਬਾਣੀ ਪੜ੍ਹ ਸਕਦੇ ਹਾਂ, ਸਿਮਰਨ ਕਰ ਸਕਦੇ ਹਾਂ, ਪਰ ਇਹ ਸਾਡੀ ਜ਼ਿੰਦਗੀ ਦੇ ਵਿੱਚ ਪੱਕੇ ਤੌਰ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਕਿ ਇਹ ਤੋਂ ਘਟਨਾ ਨਹੀਂ ਗਾ, ਇਹ ਤੋਂ ਵੱਧ ਜਿੰਨਾ ਮਰਜ਼ੀ ਕਰ ਸਕਦੇ ਹਾਂ। ਸੋ ਉਹ ਨਿਤਨੇਮ ਦੀਆਂ ਪਾਵਨ ਬਾਣੀਆਂ ਵਿੱਚੋਂ ਜੋ ਚੌਥੀ ਬਾਣੀ ਸ੍ਰੀ ਚੌਪਈ ਸਾਹਿਬ ਹੈ, ਚੌਪਈ ਸਾਹਿਬ ਦੀ ਪਾਵਨ ਬਾਣੀ ਦੀ ਆਪਾਂ ਵਿਚਾਰ ਸਰਵਣ ਕਰਨੀ ਹੈ। ਕਿਉਂਕਿ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 25 ਤਰੀਕ ਨੂੰ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ ਹੈ। ਇਸ ਕਰਕੇ ਉਹਨਾਂ ਦੇ ਦਿਹਾੜੇ ਨੂੰ ਸਮਰਪਿਤ
ਇਹ ਉਹਨਾਂ ਦੀ ਪਾਵਨ ਰਚਨਾ, ਪਾਵਨ ਗੁਰਬਾਣੀ ਦੇ ਵਿਚਾਰ ਤੁਹਾਡੇ ਸਰਮਣ ਰੱਖਣ ਲੱਗੇ ਹਾਂ। ਆਓ ਸਤਿਗੁਰਾਂ ਦੀ ਕਿਰਪਾ ਦੁਆਰਾ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਨਾ ਕਰੀਏ। ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰਨਾ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਇਹ ਪਾਵਨ ਗੁਰਬਾਣੀ ਨਿਤਨੇਮ ਦੀ ਚੌਥੀ ਬਾਣੀ ਹੈ ਤੇ ਇਸ ਦਾ ਰਚਨ ਕਾਲ ਸਤਿਗੁਰਾਂ ਨੇ ਇਸੇ ਬਾਣੀ ਦੀ ਸੰਪੂਰਨਤਾ ਤੇ ਲਿਖਿਆ। ਜਦੋਂ ਆਪਾਂ ਅੱਗੇ ਜਾ ਕਰਕੇ ਬਚਨ ਪੜ੍ਹਦੇ ਹਾਂ, ਸੰਵਤ 70 ਹੈ, ਸਹਸ ਭਣਿਜੈ, ਅਰਧ ਸਹਸ ਪੁਨ ਤੀਨ ਕਹਿਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਉਸ ਪੌੜੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਕਦੋਂ ਰਚੀ ਗਈ, ਕਿਹੜੇ ਸੰਨ ਵਿੱਚ ਰਚੀ ਗਈ, ਉਹਦਾ ਜ਼ਿਕਰ ਕੀਤਾ ਹੋਇਆ। ਸੰਵਤ 70 ਹੈ, ਸਹਸ ਭਣਿਜੈ। ਇਹ ਬਿਕਰਮੀ ਸੰਮਤ ਸਤਿਗੁਰਾਂ ਨੇ ਲਿਖਿਆ, ਕਿਉਂਕਿ ਇਹ ਵੀ ਤੁਹਾਡੀ ਗਿਆਤ ਵਾਸਤੇ ਬਚਨ ਕਹਿ ਦੇਵਾਂ। ਸਤਿਗੁਰਾਂ ਦੇ ਵੇਲੇ ਈਸਾਈ ਸੰਮਤ ਜਿਹੜਾ ਈਸਵੀ ਸੰਮਤ ਉਹ ਹੈ ਨਹੀਂ ਸੀ ਪ੍ਰਚਲਿਤ, ਤੇ ਸਤਿਗੁਰਾਂ ਨੇ ਉਸ ਸੰਮਤ ਨੂੰ ਵਰਤਿਆ ਵੀ ਕਿਤੇ ਨਹੀਂਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਸਤਿਗੁਰਾਂ ਨੇ ਬਿਕਰਮੀ ਸੰਮਤ ਹੀ ਵਰਤਿਆ ਹੈ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਕਿ ਆਵਨ 78 ਜਾਨ 97 ਹੋਰ ਵੀ ਉਠਸੀ ਮਰਦ ਕਾ ਚੇਲਾ, ਉੱਥੇ ਵੀ ਪਾਤਸ਼ਾਹ ਨੇ ਉਹ 1578 ਤੇ 1597 ਦੀ ਗੱਲ ਜਿਹੜੀ ਕੀਤੀ ਹੈ ਉਹ ਗੁਰੂ ਪਿਆਰ ਵਾਲਿਓ ਬਿਕਰਮੀ ਸੰਮਤ ਦੀ ਹੀ ਕੀਤੀ ਹੈ। ਪਰ ਅਜੋਕੇ ਸਮੇਂ ਦੇ ਵਿੱਚ ਸਾਡਾ ਸਿੱਖ ਪੰਥ ਕਿਹੜੇ ਪਾਸੇ ਨੂੰ ਜਾ ਰਿਹਾ ਹੈ, ਇਹ ਬੜੀ ਹੈਰਾਨਗੀ ਤੇ ਬੜੀ ਅਫਸੋਸਜਨਕ ਗੱਲ ਵੀ ਹੈ ਕਿ ਅੱਜ ਅਸੀਂ ਈਸਾਈਅਤ ਦੇ ਕੈਲੰਡਰ ਵਿੱਚ ਬਦੋ ਬਦੀ ਵੜਨ ਦਾ ਯਤਨ ਕਰਦੇ ਹਾਂ। ਤੁਹਾਨੂੰ ਵੀ ਪਤਾ ਹੈ ਕਿ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿਹੜਾ ਹੈ ਉਹ 25 ਤਰੀਕ ਨੂੰ ਆ ਰਿਹਾ ਹੈ। ਪ੍ਰਾਤਨ ਲਿਖਤਾਂ ਦੇ ਮੁਤਾਬਕ ਪੋਹ ਸੁਦੀ 7ਵੀਂ ਨੂੰ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਪੋਹ ਸੁਦੀ 7ਵੀਂ ਜਿਹੜੀ ਹੈ ਉਹ ਗੁਰੂ ਪਿਆਰ ਵਾਲਿਓ ਪੋਹ ਦੀ ਮੱਸਿਆ ਤੋਂ 7 ਦਿਨ ਬਾਅਦ ਹੁੰਦੀ ਹੈ। ਧਿਆਨ ਦੇਣਾ। ਅੱਜ ਦੇ ਪੁਰਾਣੇ ਸਮੇਂ ਦੇ ਵਿੱਚ ਜੇ ਲਿਖਤ ਵੇਖੀ ਜਾਵੇ ਤੇ ਅੱਜ ਕਿਹਾ ਜਾ ਰਿਹਾ ਕਿ ਵਿੱਚੇ ਗੁਰੂ ਸਾਹਿਬ ਜੀ ਦੇ ਲਾਲਾਂ ਦੇ ਸ਼ਹੀਦੀ ਦਿਹਾੜੇ ਆ ਗਏ। ਇਹਦੇ ਵਿੱਚ ਕੀ ਹੋ ਗਿਆ ਜੇ ਸ਼ਹੀਦੀ ਦਿਹਾੜੇ ਆ ਗਏ? ਕਹਿਣ ਲੱਗੇ ਜੀ ਇੱਕ ਪਾਸੇ ਸੋਗ ਮਨਾਇਆ ਜਾ ਰਿਹਾ ਹੈ, ਇੱਕ ਪਾਸੇ ਖੁਸ਼ੀਆਂ ਕਿਵੇਂ ਹੋ ਸਕਦੀ? ਮੈਂ ਕਹਿੰਦਾ ਜਾਂ ਤੇ ਫਿਰ ਉਹਨਾਂ ਵੀਰਾਂ ਨੂੰ ਗੁਰੂ ਨਾਨਕ ਦੇ ਘਰ ਦੀ ਸਮਝ ਨਹੀਂ ਹੈਗੀ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਖੁਸ਼ੀ ਤੇ ਗਮੀ ਇੱਕੋ ਜਿਹੀ ਸਮਝੀ ਜਾਂਦੀ ਹੈ। ਗੁਰੂ ਨਾਨਕ ਦੇ ਘਰ ਵਿੱਚ ਇਹੋ ਜਿਹਾ ਕੋਈ ਵਿਤਕਰਾ ਨਹੀਂ ਹੈਗਾ ਕਿ ਰੋਣਾ ਧੋਣਾ ਪੈਣਾ ਹੈ ਵੀ ਜਾਂ ਖੁਸ਼ੀਆਂ ਮਨਾਉਣ ਲੱਗੀਆਂ ਰੱਬ ਤੋਂ ਉਲਟ ਹੋ ਜਾਣਾ, ਨਹੀਂ। ਸੋ ਗੁਰੂ ਪਿਆਰ ਵਾਲਿਓ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਇੱਕ ਕੈਸਟ ਵਿੱਚ ਇਹ ਬਿਆਨ ਕੀਤਾ ਹੈ ਕਿ ਉਦੋਂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 8 ਪੋਹ ਨੂੰ ਆਇਆ ਸੀ, ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ। ਉਸੇ ਦਿਨ ਹੀ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ। ਇਹਦੇ ਵਿੱਚ ਕੀ ਹੈ? ਮੰਨ ਲਓ ਹੁਣ ਮੇਰਾ ਜਨਮ ਹੋਇਆ ਹੈ ਜਿੰਨੀ ਤਰੀਕ ਨੂੰ, ਉਸੇ ਜਨਮ ਤੇ ਕੱਲ ਨੂੰ ਮੇਰੇ ਘਰ ਬੱਚੇ ਦਾ ਜਨਮ ਹੋਵੇਗਾ ਤੇ ਗੁਰਮੁਖੋ ਕੀ ਆਪਾਂ ਉਹ ਜਨਮ ਦਿਹਾੜਾ ਨਹੀਂ ਮਨਾ ਸਕਦੇ? ਕੀ ਹੋ ਜਾਵੇਗਾ? ਇਹ ਤੇ ਇੱਕ ਆਮ ਜੀ ਉਦਾਹਰਨ ਹੈ। ਮੈਂ ਗੁਰੂ ਸਾਹਿਬ ਨਾਲ ਨਹੀਂ ਲਾ ਲਿਆ ਆਪਣੇ ਆਪ ਨੂੰ, ਮੈਂ ਇੱਕ ਸਮਝਣ ਵਾਸਤੇ ਬਚਨ ਕੀਤਾ ਹੈ ਕਿ ਕਿਸੇ ਦਾ ਵੀ ਹੁਣ ਕਿਸੇ ਦਾ ਪਿਤਾ ਉਸੇ ਦਿਨ ਤੇ ਚੜ੍ਹਾਈ ਕੀਤਾ ਹੋਵੇ, ਉਸੇ ਦਿਨ ਉਹਦੇ ਘਰ ਬੱਚੇ ਦਾ ਜਨਮ ਹੋਇਆ ਹੋਵੇ ਤੇ ਕੀ ਹੋਵੇਗਾ? ਉਹ ਆਖੂਗਾ ਕਿ ਮੈਂ ਜਨਮ ਦਿਨ ਨਹੀਂ ਮਨਾਉਣਾ, ਇਹ ਤਾਂ ਗਮੀ ਦਾ ਦਿਨ। ਇਹ ਡੇਟ ਤਾਂ ਉਹੀ ਆ ਸਕਦੀ ਹੈ, ਇਹਦੇ ਵਿੱਚ ਕੋਈ ਚੱਕਰ ਵਾਲੀ ਗੱਲ ਨਹੀਂ। ਸੋ ਰਹਿ ਵਿਚਾਰ ਮੈਂ ਸ੍ਰੀਸ਼ੇ ਵੱਲ ਬਹੁਤਾ ਨਾ ਜਾਵਾਂ।
ਸੋ ਸਤਿਗੁਰੂ ਪਾਤਸ਼ਾਹ ਨੇ ਬਿਕਰਮੀ ਕੈਲੰਡਰ ਦਾ ਜ਼ਿਕਰ ਕੀਤਾ ਹੈ ਤੇ ਗੁਰੂ ਪਿਆਰ ਵਾਲਿਓ ਆਪਾਂ ਕਹਿੰਦੇ ਵੀ ਸਾਡਾ ਨਾਨਕਸ਼ਾਹੀ ਕੈਲੰਡਰ ਹੈ। ਮੈਂ ਇਹਦੇ ਨਾਲ ਸਹਿਮਤ ਹਾਂ ਵੀ ਨਾਨਕਸ਼ਾਹੀ ਕੈਲੰਡਰ ਸਾਡਾ ਹੋਣਾ ਚਾਹੀਦਾ, ਸਾਡੇ ਗੁਰੂ ਸਾਹਿਬ ਜੀ ਦੇ ਨਾਮ ਤੇ ਚੱਲਣਾ ਚਾਹੀਦਾ, ਪਰ ਹੋਵੇ ਨਾਨਕਸ਼ਾਹੀ, ਇਹ ਨਾ ਹੋਵੇ ਵੀ ਅਸੀਂ ਬਿਕਰਮੀ ਚੋਂ ਨਿਕਲ ਕਰਕੇ ਈਸਵੀ 'ਚ ਵੜ ਜਾਈਏ, ਫਿਰ ਤਾਂ ਗੱਲ ਉੱਥੇ ਹੀ ਰਹਿ ਗਈ। ਧਿਆਨ ਦੇਣਾ, ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਉਹ ਗੁਰੂ ਨਾਨਕ ਦੇ ਹੀ ਸਿਧਾਂਤ ਮੁਤਾਬਕ ਹੋਣਾ ਚਾਹੀਦਾ ਹੈ। ਤੇ ਅੱਜ ਕਿਹਾ ਜਾਂਦਾ ਹੈ ਕਿ ਅਸੀਂ 5 ਜਨਵਰੀ ਨੂੰ ਅੱਗੇ ਪ੍ਰਕਾਸ਼ ਪੁਰਬ ਮਨਾ ਲਿਆ ਹੈ ਤੇ ਹੁਣ 25 ਨੂੰ ਫੇਰ ਆ ਗਿਆ ਹੈ ਤੇ ਅਗਲੇ ਸਾਲ ਵਿੱਚ ਹੈਗਾ ਹੀ ਨਹੀਂ, ਇੱਕ ਸਾਲ ਵਿੱਚ 2 ਵਾਰ ਆ ਗਿਆ। ਕਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਸੋਚਣ ਵਾਲੀ ਗੱਲ ਹੈ ਗੁਰਮੁਖੋ, ਜਦੋਂ ਆਪਣਾ ਸਾਲ ਹੀ ਨਾਨਕਸ਼ਾਹੀ ਹੈ ਤੇ ਨਾਨਕਸ਼ਾਹੀ ਸਾਲ ਜਿਹੜਾ ਹੈ ਉਹ ਚੇਤਰ ਤੋਂ ਸ਼ੁਰੂ ਹੁੰਦਾ ਹੈ ਤੇ ਉਹਦੇ ਵਿੱਚ ਤਾਂ 1 ਵਾਰ ਆਉਂਦਾ, ਅਸੀਂ ਈਸਵੀ ਸਾਲ ਨਾਲ ਕੀ ਸੰਬੰਧ ਰੱਖਣਾ ਹੈ। ਇਹਦੇ 'ਚ 2 ਵਾਰ ਆਵੇ ਭਾਵੇਂ 3 ਵਾਰ ਆਵੇ, ਸਾਡਾ ਮਤਲਬ ਹੀ ਕੋਈ ਨਹੀਂ। ਕਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਇੱਕ ਪਾਸੇ ਅਸੀਂ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਦੇ ਹਾਂ ਤੇ ਇੱਕ ਪਾਸੇ ਅਸੀਂ ਈਸਵੀ ਸਾਲ ਦੇ ਵਿੱਚ ਲਿਆ ਕਰਕੇ 2 ਵਾਰ ਜ਼ਿਕਰ ਕਰਦੇ ਪਏ। ਸੋ ਸਿਆਣੇ ਬਣਨਾ ਚਾਹੀਦਾ ਸਾਨੂੰ ਇਸ ਗੱਲੋਂ ਕਿ ਗੁਰੂ ਪਿਆਰ ਵਾਲਿਓ ਬਿਨਾਂ ਵਜ੍ਹਾ ਤੋਂ ਆਪਣੀ ਗੱਲ ਨੂੰ ਮਨਵਾਉਣ ਵਾਸਤੇ ਐਸਾ ਨਹੀਂ ਕਰਨਾ ਚਾਹੀਦਾ ਕਿ ਅਸੀਂ ਗਲਤ ਜਿਹੜੀ ਵਿਚਾਰ ਸਟੇਜ ਤੇ ਬੋਲ ਕਰਕੇ ਲੋਕਾਂ ਨੂੰ ਕਹੀਏ ਵੀ 1 ਸਾਲ ਵਿੱਚ 2 ਵਾਰ ਆ ਗਿਆ, 1 ਸਾਲ ਵਿੱਚ ਆਉਣਾ ਹੀ ਨਹੀਂਗਾ। ਨਹੀਂ, ਜਦੋਂ ਆਪਣਾ ਸਾਲ ਹੀ ਨਾਨਕਸ਼ਾਹੀ ਹੈ ਤੇ ਗੁਰਮੁਖੋ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵਾਂ ਸਾਲ ਚੜ੍ਹਦਾ ਹੈ ਮਾਰਚ ਦੇ ਮਹੀਨੇ ਵਿੱਚ, ਕਿਉਂਕਿ ਚੇਤ ਮਾਰਚ ਦੇ ਮਹੀਨੇ ਵਿੱਚ ਆਉਂਦਾ ਤੇ ਚੇਤਰ ਤੋਂ ਗੁਰਬਾਣੀ ਵਿੱਚ ਜਿਹੜੀ ਹੈ 12 ਮਾਹ ਦੀ ਬਾਣੀ ਆਰੰਭ ਹੁੰਦੀ ਹੈ। ਨਾਨਕਸ਼ਾਹੀ ਕੈਲੰਡਰ ਉਹਦੇ ਮੁਤਾਬਕ ਬਣਾਇਆ ਗਿਆ ਹੈ ਜਿਹਦੇ ਵਿੱਚ ਦੇਸੀ ਮਹੀਨੇ ਚੱਲਦੇ, ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦਰੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ, ਇਹ 12 ਮਹੀਨੇ ਜਿਹੜੇ ਦੇਸੀ ਨੇ ਇਹਨਾਂ ਦੇ ਮੁਤਾਬਕ ਨਾਨਕਸ਼ਾਹੀ ਕੈਲੰਡਰ ਹੈ ਤੇ ਨਾਨਕਸ਼ਾਹੀ ਕੈਲੰਡਰ ਚੇਤਰ ਤੋਂ ਸ਼ੁਰੂ ਹੁੰਦਾ ਹੈ ਤੇ ਗੁਰਮੁਖੋ ਜਨਵਰੀ 'ਚ ਜਿਹੜਾ ਅਸੀਂ ਮਨਾਇਆ ਹੈ ਉਹ ਤੁਸੀਂ ਵੇਖੋ, ਹਾਂ ਉਹ ਪੋਹ ਦੇ ਮਹੀਨੇ 'ਚ ਮਨਾਇਆ ਕਿ ਆਪਾਂ ਉਹਨੂੰ ਵੇਖੀਏ ਨਵਾਂ ਸਾਲ ਤੇ ਅਜੇ ਆਉਣਾ ਆਪਣਾ ਅੱਗੇ ਜਾ ਕਰਕੇ। ਕਿਵੇਂ 2 ਵਾਰ ਆ ਗਿਆ, 1 ਵਾਰ ਹੀ ਆਇਆ। ਇਹ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਰਹੋ ਵਿਚਾਰ, ਸਤਿਗੁਰੂ ਪਾਤਸ਼ਾਹ ਜੀ ਨੇ ਚੌਪਈ ਸਾਹਿਬ ਦਾ ਸੰਮਤ ਦਿੱਤਾ ਹੈ, ਸੰਮਤ 17 ਹੈ, ਸਹਿਸ ਭਣਿਜਰ। ਸੰਮਤ ਭਾਵ ਬਿਕਰਮੀ ਸੰਮਤ 1700 ਉਸ ਵੇਲੇ ਆਖੀਦਾ ਹੈ। ਅਰਧ ਸਹਿਸ, ਸਹਿਸ ਦਾ ਅਰਥ ਹੈ 100, ਅਰਧ ਦਾ ਅਰਥ ਹੈ ਅੱਧਾ, ਅੱਧਾ 100 ਆਪਾਂ ਕਿਹਨੂੰ ਕਹਿੰਦੇ 50 ਨੂੰ, ਕਿ 50 ਉੱਪਰ ਹੋਰ ਲਾ ਲਓ। ਹੁਣ 3 ਕਹੀਜਾ ਹੈ, ਫਿਰ 3 ਉੱਤੇ ਹੋਰ ਕਹਿਣਾ ਕਰੋ, ਕਿੰਨਾ ਹੋ ਗਿਆ 1753, ਭਾਵ ਕਿ 1753 ਬਿਕਰਮੀ ਹੋ ਗਈ। ਅੱਗੇ ਵਚਨ ਲਿਖਿਆ ਹੈ ਭਾਦਰਵ ਸੁਦੀ 8ਵੀਂ ਰਵ 12, ਭਾਦਰੋਂ ਸੁਦੀ 8ਵੀਂ ਸੀ। ਭਾਦਰੋਂ ਸੁਦੀ 8ਵੀਂ ਕਦੋਂ ਆਉਂਦੀ ਹੈ? ਭਾਦਰੋਂ ਦੀ ਮੱਸਿਆ ਤੋਂ 8 ਦਿਨ ਬਾਅਦ। ਰਵ 12 ਦਾ ਅਰਥ ਹੈ ਐਤਵਾਰ ਦਾ ਵਾਰ ਸੀ। ਤੀਰ ਸਤੁਦਰਵ ਗ੍ਰੰਥ ਸੁਧਾਰਾ, ਤੀਰ ਦਾ ਅਰਥ ਹੈ ਕੰਢਾ, ਸਤੁਦਰਵ ਦਾ ਅਰਥ ਹੈ ਸਤਲੁਜ। ਸਤਲੁਜ ਦਰਿਆ ਦੇ ਕੰਢੇ ਦੇ ਉੱਪਰ ਜੋ ਇੱਕ ਉੱਚਾ ਟਿੱਲਾ ਸੀ, ਜੋ ਭਾਖੜਾ ਡੈਮ ਦੇ ਲਾਗੇ ਨੰਗਲ ਸ਼ਹਿਰ ਦੇ ਨੇੜੇ ਜਿੱਥੇ ਗੁਰਦੁਆਰਾ ਭਪੌਰ ਸਾਹਿਬ ਬਣਿਆ ਹੋਇਆ, ਉਸ ਥਾਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪਾਵਨ ਬਾਣੀ ਚੌਪਈ ਸਾਹਿਬ ਦੀ ਉਚਾਰਨ ਕੀਤੀ ਹੈ। ਹੁਣ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਨਾ ਕਰੀਏ। ਅੱਜ ਲੋਕ ਵਿਰੋਧ ਵੀ ਬੜਾ ਕਰਦੇ, ਜਿਨ੍ਹਾਂ ਨੂੰ ਪਤਾ ਕੱਖ ਨਹੀਂ ਵਿਰੋਧ ਉਹ ਕਰਦੇ ਪਏ। ਹੁਣ ਦਸਮ ਗ੍ਰੰਥ ਸਾਹਿਬ ਪਤਾ ਕਿੱਥੋਂ ਸ਼ੁਰੂ ਹੁੰਦਾ, ਬਹੁਤਿਆਂ ਨੂੰ ਇਹ ਨਹੀਂ ਪਤਾ ਵੀ ਪਹਿਲੀ ਬਾਣੀ ਕਿਹੜੀ ਹੈ, ਵਿਰੋਧ ਉਹ ਕਰ ਰਹੇ ਹੁੰਦੇ। ਦਸਮ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੈ ਗੁਰਮੁਖੋ ਜਾਪ ਸਾਹਿਬ, ਜਿਹੜੀ ਸਾਡੇ ਨਿਤਨੇਮ ਦੀ ਦੂਸਰੀ ਬਾਣੀ ਹੈ, ਜਿਹਦੇ ਤੋਂ ਬਿਨਾਂ ਅੰਮ੍ਰਿਤ ਸੰਚਾਰ ਨਹੀਂ ਹੋ ਸਕਦਾ। ਧਿਆਨ ਦੇਣਾ ਗੁਰੂ ਪਿਆਰ ਵਾਲਿਓ। ਹੁਣ ਜਾਪ ਸਾਹਿਬ ਤੋਂ ਪ੍ਰਾਰੰਭ ਹੁੰਦੀ ਹੈ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਾਰੰਭ ਹੁੰਦੀ ਹੈ ਜਪਜੀ ਸਾਹਿਬ ਤੋਂ। ਵੇਖੋ ਦੋਨਾਂ ਨੂੰ ਸਤਿਗੁਰਾਂ ਨੇ ਇਕੱਤਰ ਕੀਤਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਦਸਮ ਗ੍ਰੰਥ ਸਾਹਿਬ ਦੇ ਵਿੱਚ ਵੱਧ ਰਚਨਾ ਜਿਹੜੀ ਉਹ ਚਰਿਤਰੋ ਪਖਿਆਣ ਦੀ ਹੈ, ਜਿਹਦੇ ਤੇ ਉਂਗਲ ਚੁੱਕੀ ਜਾਂਦੀ ਹੈ ਜੀ ਇਹਦੇ ਵਿੱਚ ਅਸ਼ਲੀਲਤਾ ਲਿਖੀ ਨਹੀਂ। ਉਹਨਾਂ ਚਰਿਤਰੋ ਪਖਿਆਣ ਬਾਣੀ ਦੇ ਵਿੱਚ ਔਰਤਾਂ ਦੇ ਅਤੇ ਮਰਦਾਂ ਦੇ ਚਰਿੱਤਰ ਲਿਖੇ ਨੇ।
ਜਿਹੜੇ ਗਿਰੇ ਹੋਏ ਲੋਕ, ਕਿਉਂਕਿ ਵੇਖੋ ਔਰਤਾਂ ਚੰਗੀਆਂ ਵੀ ਆ ਤੇ ਮਾੜੀਆਂ ਵੀ ਆ, ਇਸੇ ਤਰ੍ਹਾਂ ਮਰਦ ਵੀ ਚੰਗੇ ਹੁੰਦੇ ਆ ਤੇ ਮਾੜੇ ਵੀ ਹੁੰਦੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਹੁਣ ਉੱਥੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਮਹਾਰਾਜ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਖਿਆ ਹੈ ਕਿ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮਹਿ ਰਾਜਾਨ, ਤੇ ਦਸਮ ਗ੍ਰੰਥ ਵਿੱਚ ਉਸੇ ਔਰਤ ਦੀ ਨਿੰਦਿਆ ਕਰ ਦਿੱਤੀ। ਨਹੀਂ ਗੁਰਮੁਖੋ, ਚੰਗੀ ਔਰਤ ਨੂੰ ਵਡਿਆਈ ਦਿੱਤੀ ਹੈ ਤੇ ਮਾੜੀ ਔਰਤ ਨੂੰ ਨਿੰਦਿਆ ਵੀ ਹੈ। ਤੇ ਜੇ ਕੱਲ ਨੂੰ ਆਪਾਂ ਆਖੀਏ ਨਹੀਂ ਜੀ ਔਰਤ ਨੂੰ ਨਿੰਦਣਾ ਨਹੀਂ ਚਾਹੀਦਾ, ਤਾਂ ਫਿਰ ਇੰਦਰਾ ਗਾਂਧੀ ਨੂੰ ਸਤਿਕਾਰ ਦਿਓ, ਉਹਨੂੰ ਕਿਉਂ ਨਿੰਦਦੇ ਜੇ, ਉਹਨੂੰ ਕਿਉਂ ਲਾਹਨਤਾਂ ਪਾਉਂਦੇ? ਉਹ ਵੀ ਤਾਂ ਇੱਕ ਔਰਤ ਹੈ ਨਾ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਉਹ ਵੀ ਤਾਂ ਇੱਕ ਔਰਤ ਹੀ ਹੈ ਨਾ, ਜਿਹਨੇ ਸਾਡਾ ਅਕਾਲ ਤਖਤ ਸਾਹਿਬ ਢਾਹਿਆ ਹੈ, ਜਿਹਨੇ ਏਡਾ ਵੱਡਾ ਕੋਈ ਕਰਮ ਕੀਤਾ ਹੈ, ਉਹਨੂੰ ਵੀ ਸਾਡੇ ਖਾਲਸੇ ਨੇ ਸੋਧਿਆ। ਫਿਰ ਇਹ ਵੱਡਾ ਨਰਾਦਰ ਹੋ ਗਿਆ ਜੇ ਤੇ ਆਪਾਂ ਸੋਚਾਂਗੇ। ਨਹੀਂ ਗੁਰਮੁਖੋ, ਜਿੱਥੇ ਕਿਸੇ ਦੀ ਥਾਂ ਹੈ ਉਹੀ ਥਾਂ ਉਹਨੂੰ ਮਿਲੇਗੀ। ਜਿੰਨੇ ਕੋ ਸਤਿਕਾਰ ਦਾ ਯੋਗ ਥਾਂ ਹੈ ਉਹ ਥਾਂ ਉਹਨੂੰ ਮਿਲੇਗਾ। ਸੋ ਇਸ ਕਰਕੇ ਗੁਰੂ ਪਿਆਰ ਵਾਲਿਓ, ਚਰਿਤ੍ਰੋ ਪਖਿਆਣ ਦੇ ਵਿੱਚ ਗਿਰੀਆਂ ਹੋਈਆਂ ਔਰਤਾਂ ਦੇ ਲੱਛਣ ਦੱਸੇ ਨੇ ਕਿ ਗਿਰੇ ਜੀਵਨ ਵਾਲੀਆਂ ਔਰਤਾਂ ਕਿਵੇਂ ਦੂਜਿਆਂ ਦਾ ਜੀਵਨ ਵਿਗਾੜਦੀਆਂ ਨੇ, ਤੇ ਗਿਰੇ ਹੋਏ ਮਰਦਾਂ ਦੇ ਵੀ ਲੱਛਣ ਦੱਸੇ ਨੇ ਕਿ ਜਿਹੜੇ ਇਖਲਾਕ ਤੋਂ ਜੀਵਨ ਤੋਂ ਗਿਰੇ ਹੋਏ ਲੋਕ ਨੇ ਉਹ ਕਿਸ ਤਰ੍ਹਾਂ ਆਪਣਾ ਜੀਵਨ ਬਰਬਾਦ ਕਰਦੇ ਨੇ, ਨਸ਼ਿਆਂ ਵਿੱਚ ਖਚਤ ਹੋ ਕਰਕੇ, ਮਾੜੇ ਕਰਮ ਕਰਕੇ। ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਹੈ, ਕਿਉਂਕਿ ਜਿੰਨਾ ਚਿਰ ਕਿਸੇ ਬਿਮਾਰੀ ਦਾ ਪਤਾ ਨਾ ਹੋਵੇ ਉਹਨਾਂ ਚਿਰ ਉਸ ਬਿਮਾਰੀ ਤੋਂ ਦੂਰ ਨਹੀਂ ਹੋਈਦਾ। ਇਸ ਕਰਕੇ ਪਾਤਸ਼ਾਹ ਨੇ ਵਿਸਥਾਰ ਨਾਲ ਸਮਝਾਇਆ ਹੈ। ਸੋ ਗੁਰੂ ਪਿਆਰ ਵਾਲਿਓ, ਇਸ ਕਰਕੇ ਚਰਿਤ੍ਰੋ ਪਖਿਆਣ ਦੇ ਅੰਤ ਵਿੱਚ ਇਹ ਬਾਣੀ ਆ, ਜਿਸ ਬਾਣੀ ਦੀ ਆਪਾਂ ਵਿਚਾਰ ਸਰਵਣ ਕਰਨ ਲੱਗੇ ਆ, ਸਾਰੇ ਚਰਿਤ੍ਰੋ ਪਖਿਆਣ ਦੀ ਬਾਣੀ ਦੇ ਐਂਡ ਵਿੱਚ ਸਮਾਪਤੀ ਤੇ ਸਤਿਗੁਰਾਂ ਨੇ ਇਹ ਬਾਣੀ ਉਚਾਰਨ ਕੀਤੀ ਹੈ। ਤੇ ਐਸਾ ਤਾਂ ਨਹੀਂ ਹੋ ਸਕਦਾ ਵੀ ਪਹਿਲਾਂ ਵਾਲੀ ਸਾਰੀ ਬਾਣੀ ਛੱਡ ਕੇ ਐਂਡ ਵਾਲੀ ਆਖ ਲਈਏ ਵੀ ਬਾਣੀ ਹੈ ਬਾਕੀ ਬਾਣੀ ਨਹੀਂ। ਇਹ ਸੋਚਣ ਵਾਲੀ ਗੱਲ ਹੈ। ਸੋ ਪਾਤਸ਼ਾਹ ਨੇ ਉਸ ਵੇਲੇ ਇਹ ਬਾਣੀ ਉਚਾਰਨ ਕੀਤੀ ਹੈ। ਆਓ ਇਸ ਬਾਣੀ ਦੀ ਆਪਾਂ ਵਿਆਖਿਆ ਸਰਵਣ ਕਰਨੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸ਼ੁਰੂ ਵਿੱਚ ਬਚਨ ਕੀਤਾ ਇੱਕ ਓੰਕਾਰ। ਹੁਣ ਵੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਵੀ ਇੱਕ ਓੰਕਾਰ ਤੋਂ ਹੈ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸ਼ੁਰੂਆਤ ਵੀ ਇੱਕ ਓੰਕਾਰ ਤੋਂ ਹੁੰਦੀ ਹੈ। ਜਾਪ ਸਾਹਿਬ ਦੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਉਹ ਵੀ ਇੱਥੋਂ ਸ਼ੁਰੂ ਹੁੰਦੀ। ਸਤਿਗੁਰੂ ਪਾਤਸ਼ਾਹ ਨੇ ਦਸਮ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਬਚਨ ਬਹੁਤ ਵਾਰ ਲਿਖਿਆ ਹੈ ਕਿ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ, ਵਾਹਿਗੁਰੂ ਇੱਕ ਹੈ, ਅਦਵੈਤ ਹੈ, ਉਹਦੇ ਵਰਗਾ ਹੋਰ ਦੂਸਰਾ ਕੋਈ ਨਹੀਂ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਭਾਵ ਸਾਰਿਆਂ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਨਾਸ਼ ਕਰਤਾ ਇੱਕ ਵਾਹਿਗੁਰੂ ਹੈ। ਤੇ ਸ਼੍ਰੀ ਦਾ ਅਰਥ ਹੈ ਸ਼੍ਰੋਮਣੀ ਹੈ, ਤੇ ਵਾਹਿਗੁਰੂ, ਵਾਹਿਦ ਦਾ ਅਰਥ ਹੈ ਅਚਰਜ ਰੂਪ, ਜਿਹਨੂੰ ਕੋਈ ਜਾਣ ਨਹੀਂ ਸਕਦਾ। ਤੇ ਗੋ ਦਾ ਅਰਥ ਹੁੰਦਾ ਹੈ ਅਗਿਆਨ ਦਾ ਹਨੇਰਾ, ਰੂਹ ਦਾ ਅਰਥ ਹੁੰਦਾ ਹੈ ਗਿਆਨ ਦਾ ਪ੍ਰਕਾਸ਼, ਜੋ ਅਗਿਆਨ ਦੇ ਹਨੇਰੇ ਨੂੰ ਕੱਟ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਹੈ। ਤੇ ਵਾਹਿ ਅਚਰਜ ਰੂਪ ਐਸਾ ਵਾਹਿਗੁਰੂ ਹੈ ਜੀ ਕੀ ਫਤਿਹ। ਉਸ ਵਾਹਿਗੁਰੂ ਦੀ ਸਦਾ ਵਾਸਤੇ ਜਿੱਤ ਹੈ, ਫਤਿਹ ਹੈ। ਕਲਗੀਧਰ ਤੋਂ ਪਾਤਸ਼ਾਹ ਤੋਂ ਬਲਿਹਾਰ ਜਾਈਏ, ਅਸੀਂ ਕੋਈ ਛੋਟਾ ਜਿਹਾ ਕੰਮ ਕਰੀਏ ਨਾ ਤੇ ਵੱਡਾ ਸਾਰਾ ਬੋਰਡ ਬਣਾ ਕੇ ਲਿਆ ਦਿੰਦੇ ਆ ਵੀ ਫਲਾਣੇ ਵੱਲੋਂ ਇਹ ਲੰਗਰ ਲੱਗਾ, ਬਕਾਇਦਾ ਨਾਂ ਲਿਖਿਆ, ਫਲਾਣੇ ਬੰਦੇ ਨੇ ਆਹ ਕੰਮ ਕੀਤਾ, ਫਲਾਣੇ ਬੰਦੇ ਨੇ ਆਹ ਪਿੰਡ ਦੇ ਵਿੱਚ ਭਲੇ ਦਾ ਕਾਰਜ ਕਰਵਾਇਆ, ਲਿਖਿਆ ਹੁੰਦਾ। ਇੱਥੋਂ ਤੱਕ ਕਿ ਅਸੀਂ ਗੁਰੂ ਘਰਾਂ ਨੂੰ ਵੀ ਨਹੀਂ ਛੱਡਦੇ। ਗੁਰੂ ਘਰ ਕੋਈ ਸੇਵਾ ਕੀਤੀ ਹੁੰਦੀ ਉੱਥੇ ਵੀ ਨਾਂ ਲਿਖਾਇਆ ਹੁੰਦਾ ਕਿ ਫਲਾਣਾ ਸਿੰਘ ਵੱਲੋਂ ਇਹ ਸੇਵਾ ਕੀਤੀ। ਗੁਰੂ ਘਰ 400-500 ਦਾ ਜਾਂ 1000 ਦਾ ਛੱਤ ਵਾਲਾ ਪੱਖਾ ਚੜਾਇਆ ਹੋਵੇ ਨਾ, ਤੇ ਤਿੰਨੇ ਫਰ ਭਰੇ ਹੁੰਦੇ ਆ, ਤੇ ਸਵਰਗਵਾਸੀ ਵੀ ਲਿਖੇ ਹੁੰਦੇ ਜਿਹੜੇ ਪਹਿਲਾਂ ਦੇ ਮਰੇ ਹੁੰਦੇ। ਧਿਆਨ ਦੇਣਾ, ਸਾਡੀ ਹਉਂ ਕਿੱਥੋਂ ਤੱਕ ਹੈ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ, ਜਿਨ੍ਹਾਂ ਨੇ 14 ਜੰਗਾਂ ਲੜੀਆਂ ਤੇ ਜਿੱਤੀਆਂ ਹੈ, ਪਰ ਖਾਲਸਾ ਪੰਥ ਸਾਜ ਕੇ ਤੇ ਜੰਗਾਂ ਜਿੱਤ ਕੇ ਕੀ ਆਖਿਆ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਕੁਝ ਨਹੀਂ ਗਾ, ਇਹ ਖਾਲਸਾ ਵੀ ਵਾਹਿਗੁਰੂ ਦਾ ਹੈ ਤੇ ਫਤਿਹ ਵੀ ਵਾਹਿਗੁਰੂ ਦੀ। ਧਿਆਨ ਦੇਣਾ, ਵੇਖੋ ਕੋਈ ਮੈਂ ਨਹੀਂ, ਕੋਈ ਆਪਣੀ ਮੋਹਰ ਨਹੀਂ ਲਾਈ ਪਾਤਸ਼ਾਹ ਨੇ ਕਿ ਇਹ ਮੇਰਾ ਹੈ ਕਿ ਮੈਂ ਸਾਜਿਆ। ਸਾਜਿਆ ਤੇ ਪਾਤਸ਼ਾਹ ਨੇ ਬਣਾਇਆ ਤੇ ਸਾਨੂੰ ਕਲਗੀਧਰ ਪਾਤਸ਼ਾਹ ਨੇ, ਪਰ ਗੁਰਮੁਖੋ ਆਖਿਆ ਇਹ ਖਾਲਸਾ ਵੀ ਵਾਹਿਗੁਰੂ ਦਾ ਹੈ
ਤੇ ਫਤਿਹ ਵੀ ਵਾਹਿਗੁਰੂ ਦੀ ਹੈ, ਮੇਰਾ ਕੁਝ ਨਹੀਂ ਗਾ। ਸਿੱਖ ਕੇ ਜਾਣਾ ਕੁਝ, ਸੇਵਾ ਕਰੋ, ਰੱਜ ਰੱਜ ਕੇ ਕਰੋ, ਪਰ ਨਾਂ ਲਿਖਾਉਣ ਦੀ ਲੋੜ ਨਹੀਂ, ਨਾ ਉਹਦੇ ਚਰਨਾਂ 'ਚ ਸਾਡਾ ਆਪਣੇ ਆਪ ਲਿਖਿਆ ਜਾਣਾ ਦੱਸਣ ਤੋਂ ਬਿਨਾਂ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਉਹਦੀ ਸਦਾ ਜਿੱਤ ਹੈ। ਪਾਤਸ਼ਾਹੀ ਦਸਵੀਂ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹੱਲਾ ਸ਼ਬਦ ਆਇਆ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾ, ਮਹੱਲਾ ਨਾਵਾਂ, ਇਸੇ ਤਰ੍ਹਾਂ ਗੁਰੂ ਪਿਆਰ ਵਾਲਿਓ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਸਤਿਗੁਰਾਂ ਨੇ ਪਾਤਸ਼ਾਹੀ ਦਸਵੀਂ ਸ਼ਬਦ ਵਰਤਿਆ ਹੈ। ਇਹਦਾ ਅਰਥ ਹੈ ਕਿ ਦਸਵੇਂ ਪਾਤਸ਼ਾਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਉਚਾਰਨ ਕਰਦੇ ਨੇ। ਤੇ ਕਬਿਓ ਬਾਜ ਬੇਨਤੀ ਚੌਪਈ, ਆਪਣੇ ਆਪ ਨੂੰ ਕਵੀ ਰੂਪ ਸੰਬੋਧਨ ਕਰਦੇ ਨੇ। ਕਬਿਓ ਦਾ ਅਰਥ ਹੈ ਕਵੀ, ਕਿ ਮੈਂ ਕਵੀ ਰੂਪ ਹੋ ਕਰਕੇ ਤੁਹਾਡੀ ਸਿਫਤ ਉਚਾਰਨ ਕਰ ਰਿਹਾ। ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਆਪ ਨੂੰ ਕਿਹਾ ਹੈ, ਨਾਨਕ ਸਾਇਰ ਏਵ ਕਹਿਤ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਸ਼ਾਇਰ ਇਸ ਤਰ੍ਹਾਂ ਕਹਿ ਰਿਹਾ। ਉੱਥੇ ਸ਼ਾਇਰ ਆਪਣੇ ਆਪ ਨੂੰ ਕਿਹਾ, ਇੱਥੇ ਪਾਤਸ਼ਾਹ ਕਹਿੰਦੇ ਨੇ ਕਵੀ, ਕਵੀ ਰੂਪ ਹੋ ਕਰਕੇ ਬਾਣੀ ਉਚਾਰਨ ਕਰਦੇ ਨੇ। ਤੇ ਇਹ ਬਾਣੀ ਹੈ ਬੇਨਤੀ, ਬੇਨਤੀ ਕਰਨ ਵਾਸਤੇ, ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੀ। ਤੇ ਬੇਨਤੀ ਕਦੋਂ ਕੀਤੀ ਸੀ ਪਾਤਸ਼ਾਹ ਨੇ? ਜਦੋਂ ਸਾਰੇ ਚਰਿਤਰਾਂ ਦੀ ਬਾਣੀ ਸੰਪੂਰਨ ਹੋਈ ਤੇ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਇਹਨਾਂ ਭੈੜੇ ਆਚਰਨ ਵਾਲੇ ਲੋਕਾਂ ਤੋਂ ਮੈਨੂੰ ਬਚਾ ਲਵੀ। ਤੇ ਆਪਾਂ ਨੂੰ ਵੀ ਇਹ ਦੱਸਿਆ ਵੀ ਕਿਵੇਂ ਉਹਦੇ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਨੀਆਂ। ਇਹ ਬੇਨਤੀ ਦੀ ਬਾਣੀ ਹੈ। ਤੇ ਚੌਪਈ ਇਹ ਇੱਕ ਛੰਦ ਦਾ ਨਾਂ ਹੈ, ਜਿਹਦੇ 4 ਪੰਕਤੀਆਂ ਹੁੰਦੀਆਂ ਨੇ। ਤੇ ਗੁਰੂ ਪਿਆਰ ਵਾਲਿਓ ਇਹ ਚੌਪਈ ਛੰਦ ਦਾ ਨਾਂ ਹੈ। ਚੌ ਦਾ ਅਰਥ 4, ਪਈ ਦਾ ਅਰਥ ਹੁੰਦਾ ਪੈਰ ਜਾਂ ਚਰਨ ਜਾਂ ਸੋ 4 ਪੰਕਤੀਆਂ, 4 ਪੰਕਤੀਆਂ ਵਾਲਾ ਇਹ ਛੰਦ ਉਚਾਰਨ ਕਰਦੇ ਨੇ। ਕਿਰਪਾ ਕਰਦੇ ਹਨ, ਹਮਰੀ ਕਰੋ ਹੱਥ ਦੇ ਰੱਛਾ। ਅਤੇ ਪਾਤਸ਼ਾਹ ਜੀ ਵਾਹਿਗੁਰੂ ਨੂੰ ਸੰਬੋਧਨ ਹੋ ਕਰਕੇ ਫਰਮਾਉਂਦੇ ਨੇ, ਹਮਰੀ ਕਰੋ ਹੱਥ ਦੇ ਰੱਛਾ। ਹੇ ਵਾਹਿਗੁਰੂ, ਸਾਡੀ ਹੱਥ ਦੇ ਕਰਕੇ, ਕਿਰਪਾ ਭਰਿਆ ਹੱਥ ਦੇ ਕਰਕੇ ਰੱਖਿਆ ਕਰਨਾ ਕਰੋ। ਪੂਰਨ ਹੋਏ ਚਿੱਤ ਕੀ ਇੱਛਾ। ਅਤੇ ਸਾਡੇ ਚਿੱਤ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋਵੇ। ਸਾਡੇ ਚਿੱਤ ਦੀ ਇੱਛਾ ਪੂਰੀ ਕਰੋ। ਉਹ ਇੱਛਾ ਕਿਹੜੀ? ਆਪਾਂ ਵਿਸਥਾਰ ਵੱਲ ਨਹੀਂ ਜਾ ਸਕਦੇ, ਕਿਉਂਕਿ ਸਾਰੀ ਬਾਣੀ ਦੀ ਆਪਾਂ ਵਿਚਾਰ ਸਰਵਣ ਕਰਨੀ ਹੈ। ਮੈਂ ਵੈਸੇ ਵੀ ਸੰਖੇਪ ਵਿੱਚ ਸੁਣਾਉਣਾ ਚਾਹੁੰਦਾ ਹੈ, ਤਾਂ ਕਿ ਜਿਹੜੇ ਗੁਰਮੁਖ ਨਿਤਨੇਮ ਕਰਦੇ ਆ ਉਹਨਾਂ ਨੂੰ ਥੋੜ੍ਹੇ ਥੋੜ੍ਹੇ ਅਰਥ ਸੁਣਾਈਏ, ਤਾਂ ਕਿ ਸਮਝ ਪੈ ਜਾਵੇ, ਅਰਥ ਯਾਦ ਰਹਿ ਸਕਣ। ਸੋ ਸਾਡੇ ਚਿੱਤ ਦੀ ਇੱਛਾ ਕਰੋ, ਪੂਰੀ ਕਰੋ। ਉਹ ਇੱਛਾ ਕਿਹੜੀ ਹੈ? ਅੱਗੇ ਦੱਸਦੇ ਹਨ, ਤਬ ਚਰਨਨ ਬਨ ਰਹਿ ਹਮਾਰਾ। ਕਿ ਤੁਹਾਡੇ ਚਰਨਾਂ ਦੇ ਵਿੱਚ ਸਾਡਾ ਮਨ ਸਦਾ ਵਾਸਤੇ ਜੁੜਿਆ ਰਹੇ। ਆਪਣਾ ਜਾਨ ਕਰੋ ਪ੍ਰਤਪਾਰਾ। ਅਤੇ ਮੈਨੂੰ ਆਪਣਾ ਸੇਵਕ ਜਾਣ ਕਰਕੇ ਮੇਰੀ ਪ੍ਰਤ ਪਾਲਣਾ ਕਰੋ, ਮੇਰੀ ਪਾਲਣਾ ਪੋਸ਼ਣਾ ਕਰੋ। ਹਮਰੇ ਦੁਸ਼ਟ ਸਭੈ ਤੁਮ ਕਾਵਹੋ। ਅਤੇ ਸਾਡੇ ਜਿਹੜੇ ਦੁਸ਼ਟ ਨੇ, ਦੁੱਖ ਦੇਣ ਵਾਲੇ, ਅੰਦਰੂਨੀ ਵੈਰੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਵੇਂ ਗੁਰੂ ਕੀ ਕੀਰਤਨੀਆਂ ਨੇ ਸ਼ਬਦ ਪੜ੍ਹਿਆ ਸੀ, ਰਾਖ ਪਿਤਾ ਪ੍ਰਭ ਮੇਰੇ। ਤੇ ਗੁਰੂ ਪਿਆਰ ਵਾਲਿਓ, ਹੇ ਪਿਤਾ ਜੀ, ਮਾਲਕ ਜੀ, ਸਾਡੀ ਰੱਖਿਆ ਕਰਨਾ ਕਰੋ। ਮੋਹੇ ਨਿਰਗੁਣ ਸਭ ਗੁਣ ਤੇਰੇ। ਅਸੀਂ ਤਾਂ ਨਿਰਗੁਣ ਹਾਂ, ਸਾਰੇ ਗੁਣ ਤੁਹਾਡੇ ਵਿੱਚ ਨੇ। 5 ਵਿਕਾਰਾਂ ਤੋਂ, ਅੰਦਰੂਨੀ ਵੈਰੀਆਂ ਤੋਂ ਤੇ ਬਾਹਰਲੇ ਵੈਰੀਆਂ ਤੋਂ ਸਾਨੂੰ ਬਚਾਉਣਾ ਕਰੋ, ਸਾਡੀ ਰੱਖਿਆ ਕਰਨਾ ਕਰੋ। ਅੰਦਰੂਨੀ ਵੈਰੀ ਤੇ ਬਾਹਰਲੇ ਵੈਰੀ ਨਾਸ ਕਰਨਾ ਕਰੋ। ਆਪ ਹੱਥ ਦੇ ਮੋਹਿ ਬਚਾਵਹੋ। ਤੇ ਆਪ ਜੀ ਹੱਥ ਦੇ ਕਰਕੇ ਮੈਨੂੰ ਇਹਨਾਂ ਤੋਂ ਬਚਾ ਲਵੋ। ਸੁਖੀ ਵਸੈ ਮੋਰੋ ਪਰਿਵਾਰਾ। ਅਤੇ ਮੇਰਾ ਪਰਿਵਾਰ ਜਿਹੜਾ ਉਹ ਸੁਖੀ ਵਸਦਾ ਰਹੇ। ਕਿਹੜੇ ਪਰਿਵਾਰ ਦੀ ਗੱਲ ਕੀਤੀ? ਅੱਗੇ ਦੱਸਦੇ ਹਨ, ਸੇਵਕ ਸਿੱਖ ਸਭੈ ਕਰਤਾਰਾ। ਇਹ ਜੋ ਗੁਰੂ ਘਰ ਦੇ ਸੇਵਕ ਨੇ, ਸੇਵਾਦਾਰ, ਇਹ ਜੋ ਗੁਰੂ ਨਾਨਕ ਦੇ ਘਰ ਦੇ ਸਿੱਖ ਨੇ, ਹੇ ਕਰਤਾਰ ਵਾਹਿਗੁਰੂ, ਇਹ ਸਾਰੇ ਤੁਹਾਡੇ ਹੈ। ਇਹ ਮੇਰਾ ਪਰਿਵਾਰ ਹੈ ਤੇ ਮੇਰਾ ਪਰਿਵਾਰ ਸਾਰਾ ਸੁਖੀ ਵਸਦਾ ਰਹੇ। ਗੁਰਮੁਖੋ, ਆਪਾਂ ਨੂੰ ਸੁਖੀ ਵਸਾਉਣ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰਾਂ ਰੂਪੀ ਪਰਿਵਾਰ ਨੂੰ ਵਾਰਿਆ ਹੈ। ਅੱਗੇ ਉਹ ਵੀ ਦਿਹਾੜੇ ਆ ਰਹੇ ਨੇ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ। ਉਹ ਸਮਾਂ ਸੀ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ
ਦਮਦਮਾ ਸਾਹਿਬ ਦੀ ਧਰਤੀ ਤੇ ਗਏ ਤੇ ਚਾਰੇ ਲਾਲ ਵੀ ਸ਼ਹੀਦ ਹੋ ਚੁੱਕੇ ਨੇ, ਮਾਤਾ ਜੀ ਵੀ ਸ਼ਹੀਦ ਹੋ ਚੁੱਕੇ ਨੇ। ਅਤੇ ਦਮਦਮਾ ਸਾਹਿਬ ਦੀ ਧਰਤੀ ਤੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਦਿੱਲੀੋਂ ਭਾਈ ਮਣੀ ਸਿੰਘ ਦੇ ਨਾਲ ਚੱਲ ਕਰਕੇ ਆਏ ਨੇ। ਜਦੋਂ ਪਹੁੰਚੇ ਨੇ ਆ ਕਰਕੇ ਮੱਥਾ ਟੇਕਿਆ, ਫਤਿਹ ਗਜਾਈ ਹੈ ਤੇ ਮਾਤਾ ਸਾਹਿਬ ਕੌਰ ਜੀ ਕਹਿਣ ਲੱਗੇ, ਮਹਾਰਾਜ ਅੱਜ ਲਾਲ ਨਹੀਂ ਨਜ਼ਰ ਆਉਂਦੇ। ਅੱਗੇ ਜਦੋਂ ਮਾਤਾਵਾਂ ਆਉਂਦੀਆਂ ਸੀ ਤੇ ਛੋਟੇ ਸਾਹਿਬਜ਼ਾਦੇ ਦੌੜ ਕਰਕੇ ਆ ਕਰਕੇ ਲੱਤਾਂ ਨੂੰ ਚਿੰਬੜ ਜਾਂਦੇ ਸਨ, ਬੜਾ ਪਿਆਰ ਕਰਦੇ ਸਨ। ਵੱਡੇ ਸਾਹਿਬਜ਼ਾਦੇ ਆ ਕਰਕੇ ਮੱਥਾ ਟੇਕਦੇ ਸਨ। ਆਖਿਆ ਅੱਜ ਲਾਲ ਨਜ਼ਰ ਨਹੀਂ ਆਉਂਦੇ, ਕਿੱਥੇ ਗਏ ਨੇ ਲਾਲ? ਤੇ ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਜਿਹੜੇ ਅੱਗੇ ਬੈਠੇ ਸੀ ਨਾ ਖਾਲਸੇ ਸੰਗਤ, ਸਾਡੇ ਵੱਲ ਸਾਡੇ ਭਰਾ ਬੈਠੇ ਸੀ, ਸਾਡੇ ਵੱਡੇ ਬੈਠੇ ਸੀ, ਇਸ਼ਾਰਾ ਕਰਕੇ ਆਖਿਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਲੱਖ ਹਜ਼ਾਰ। ਆਖਿਆ ਸੀ ਇਸ ਖਾਲਸੇ ਰੂਪੀ ਪੁੱਤਰਾਂ ਦੇ ਉੱਪਰੋਂ ਮੈਂ 4 ਲਾਲ ਵਾਰ ਦਿੱਤੇ, 4 ਵਾਰੇ ਗਏ ਤੇ ਕੀ ਹੋਇਆ? ਲੱਖਾਂ ਹਜ਼ਾਰਾਂ ਖਾਲਸਾ ਮੇਰਾ ਪੁੱਤਰ ਜਿਉਂਦਾ ਹੈ। ਸਾਨੂੰ ਆਪਣੇ ਪੁੱਤਰ ਬਣਾਇਆ। ਤੇ ਫਿਰ ਪਾਤਸ਼ਾਹ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰਾ, ਮੇਰਾ ਪਰਿਵਾਰ ਸੁਖੀ ਵਸਦਾ ਰਵੇ। ਕਿਹੜਾ ਪਰਿਵਾਰ? ਸੇਵਕ ਸਿੱਖ ਸਭਾ ਕਰਤਾਰਾ। ਇਹ ਸਾਰੇ ਸੇਵਕ, ਇਹ ਸਾਰੇ ਸਿੱਖ, ਇਹ ਕਰਤਾਰ ਵਾਹਿਗੁਰੂ ਇਹ ਤੁਹਾਡੇ ਨੇ, ਇਹ ਸੁਖੀ ਵਸਣ। ਮੋਹ ਰੱਛਾ ਨਿਜ ਕਰਦਾ ਕਰੀਐ, ਆਪਣੇ ਆਪ ਨੂੰ ਉਜਾੜ ਕਰਕੇ ਸਾਨੂੰ ਸੁਖੀ ਵਸਾਇਆ। ਢਾਡੀ ਸੋਹਣ ਸਿੰਘ ਜੀ ਸੀਤਲ ਬੜਾ ਸੁੰਦਰ ਬਚਨ ਲਿਖਦੇ ਨੇ। ਕਲਗੀਧਰ ਪਾਤਸ਼ਾਹ ਕਹਿੰਦੇ ਪੰਥ ਵਸੈ ਮੈਂ ਉਜੜਾ, ਮਨ ਚਾਉ ਕਨੇਰਾ। ਮੇਰਾ ਪੰਥ ਵਸਦਾ ਰਵੇ, ਮੈਂ ਭਾਵੇਂ ਉਜੜ ਜਾਵਾਂ, ਇਹ ਮੇਰੇ ਮਨ ਦੇ ਅੰਦਰ ਚਾਹ ਹੈ। ਕੇਵਲ ਕਿਆ ਨਹੀਂ ਗੁਰਮੁਖੋ ਕਰਕੇ ਵਿਖਾਇਆ, ਆਪਣੇ ਆਪ ਉਜਾੜਿਆ ਵੀ, ਸਾਰਾ ਕੁਝ ਵਾਰਿਆ ਵੀ ਸਾਨੂੰ ਵਸਾਉਣ ਵਾਸਤੇ। ਸੋ ਇਉਂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ। ਅੱਗੇ ਕਿਰਪਾ ਕਰਦੇ ਨੇ, ਮੋਹ ਰੱਛਾ ਨਿਜ ਕਰਦਾ ਕਰੀਐ। ਮੇਰੀ ਰੱਖਿਆ ਨਿਜ ਦਾ ਅਰਥ ਹੁੰਦਾ ਆਪਣਾ, ਕਰ ਦਾ ਅਰਥ ਹੱਥ। ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ ਮੇਰੀ ਰੱਖਿਆ ਕਰਨਾ ਕਰੋ। ਸਭ ਬੈਰਨ ਕੋ ਆਜ ਸੰਗਰੀਐ, ਤੇ ਸਾਰੇ ਜਿਹੜੇ ਗੁਰੂ ਘਰ ਦੇ ਵੈਰੀ ਆ ਨਾ, ਇਹਨਾਂ ਨੂੰ ਅੱਜ ਹੀ ਖਤਮ ਕਰ ਦਿਓ, ਟਾਈਮ ਨਾ ਲਾਓ। ਪੂਰਨ ਹੋਏ ਹਮਾਰੀ ਆਸਾ, ਤੇ ਮਹਾਰਾਜ ਸਾਡੀ ਜਿਹੜੀ ਆਸ ਆ ਉਹ ਪੂਰੀ ਹੋਵੇ। ਕਿਹੜੀ ਆਸ? ਤੋਰ ਭਜਨ ਕੀ ਰਹਿ ਪਿਆਸਾ। ਤੋਰ ਦਾ ਅਰਥ ਹੈ ਤੇਰੇ, ਤੇਰੇ ਭਜਨ ਦੀ, ਤੇਰੇ ਸਿਮਰਨ ਦੀ ਤਾਂਘ ਹੀ ਅੰਦਰ ਲੱਗੀ ਰਹੇ, ਹੋਰ ਕੋਈ ਆਸ ਨਹੀਂ। ਸਿਰਫ ਤੇਰੇ ਪਿਆਰ ਦੀ, ਤੇਰੇ ਸਿਮਰਨ ਦੀ ਤਾਂਘ ਇੱਛਾ ਰਹੇ। ਤੁਮਹਿ ਛਾੜ ਕੋਈ ਅਵਰ ਨਾ ਧਿਆਉ। ਇਹ ਪਾਤਸ਼ਾਹ ਜੀ ਕਹਿੰਦੇ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਹਾਨੂੰ ਛੱਡ ਕਰਕੇ ਕਿਸੇ ਹੋਰ ਦੇਵੀ ਦੇਵਤੇ ਨੂੰ, ਮੜੀਆਂ ਮਸਾਣਾਂ ਨੂੰ ਕਿਸੇ ਨੂੰ ਨਹੀਂ ਪੂਜਾਂਗਾ, ਕਿਸੇ ਨੂੰ ਨਹੀਂ ਧਿਆਵਾਂਗਾ। ਜੋ ਵਰ ਚਾਹੋ ਸੋ ਤੁਮ ਤੇ ਪਾਉ। ਜੋ ਮੈਨੂੰ ਵਰ ਚਾਹੀਦਾ, ਜੋ ਮੇਰੀ ਇੱਛਾ ਹੈ, ਉਹ ਵਰ, ਉਹ ਇੱਛਾ ਮੈਂ ਤੁਹਾਡੇ ਕੋਲੋਂ ਪ੍ਰਾਪਤ ਕਰਾਂਗਾ। ਸੇਵਕ ਸਿੱਖ ਹਮਾਰੇ ਤਾਰੀ ਹੈ। ਅਤੇ ਹੇ ਵਾਹਿਗੁਰੂ ਅਕਾਲ ਪੁਰਖ ਜੀ, ਸੇਵਕ ਸਿੱਖ, ਸਾਡੇ ਸੇਵਕ ਸਿੱਖ ਸਾਰੇ ਹੀ ਤਾਰਨਾ ਕਰੋ। ਚੁਨ ਚੁਨ ਸਤਰ ਹਮਾਰੇ ਮਾਰੀ ਹੈ। ਅਤੇ ਸਤਰ ਦਾ ਅਰਥ ਹੁੰਦਾ ਵੈਰੀ। ਜਿਹੜੇ ਵੈਰੀ ਹੈ ਨਾ, ਉਹਨਾਂ ਨੂੰ ਚੁਣ ਚੁਣ ਕਰਕੇ ਪਾਤਸ਼ਾਹ ਜੀ ਮਾਰੋ। ਪਰ ਜਿਹੜੇ ਸੇਵਕ ਸਿੱਖ ਨੇ, ਉਹ ਸਾਡੇ ਬਚਾਉਣਾ ਕਰੋ। ਹੁਣ ਇਹ ਬਚਨ ਬੜਾ ਕਾਬਲੇ ਗੌਰ ਹੈ, ਧਿਆਨ ਦੇਣਾ। ਜਿਹਦੇ ਵਾਸਤੇ ਕਲਗੀਧਰ ਅਰਦਾਸ ਕਰੇ, ਭਲਾ ਉਹ ਅਰਦਾਸ ਕਿਉਂ ਨਾ ਪੂਰੀ ਹੋਵੇ, ਧਿਆਨ ਦੇਣਾ। ਤੇ ਹੁਣ ਕਲਗੀਧਰ ਤੇ ਉਹਦੀ ਅਰਦਾਸ ਕਰਦੇ ਪਏ ਨਾ, ਜਿਹੜਾ ਗੁਰੂ ਦਾ ਸੇਵਕ ਬਣ ਗਿਆ, ਜਿਹੜਾ ਗੁਰੂ ਦਾ ਸਿੱਖ ਬਣ ਗਿਆ। ਜਿਹੜਾ ਬਣਿਆ ਨਹੀਂ ਉਹਦੀ ਥੋੜਾ ਅਰਦਾਸ ਹੋਣੀ। ਪਾਤਸ਼ਾਹ ਕਹਿੰਦੇ ਸੇਵਕ ਸਿੱਖ ਹਮਾਰੇ ਤਾਰੀ ਹੈ, ਵੀ ਸਾਡੇ ਸਿੱਖ ਸੇਵਕ ਜਿਹੜੇ ਆ ਉਹ ਤਾਰਨਾ ਕਰੋ। ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਚੁਣ ਚੁਣ ਕਰਕੇ ਜਿਹੜੇ ਸਾਡੇ ਵੈਰੀ ਨੇ ਉਹ ਮਾਰਨਾ ਕਰੋ। ਹੁਣ ਬਾਣੀ ਨੂੰ ਬੜੇ ਧਿਆਨ ਨਾਲ ਪੜ੍ਹਨਾ ਪੈਂਦਾ। ਕਈ ਵਾਰ ਆ ਪਿੰਡਾਂ 'ਚ ਵੀ ਆਉਂਦੇ ਕਈ ਗੁਰਮੁਖ ਕਹਿਣਗੇ ਸਹਿਜ ਪਾਠ ਕਰੋ ਜੀ, ਅਸੀਂ ਸੈਂਚੀਆਂ ਦੇ ਦਿੰਦੇ। ਚਲੋ ਮੈਂ ਸਹਿਜ ਪਾਠ ਦੇ ਉਲਟ ਨਹੀਂ, ਸਹਿਜ ਪਾਠ ਸਿੱਖ ਨੂੰ ਕਰਨਾ ਚਾਹੀਦਾ, ਪਰ ਨਾਲ ਇਹ ਵੀ ਮੈਂ ਕਹਿਣਾ ਕਿ ਸੰਥਿਆ ਕਰਨੀ ਵੀ ਜ਼ਰੂਰੀ ਹੈ, ਸਿੱਖਣਾ ਵੀ ਬੜਾ ਜ਼ਰੂਰੀ। ਗੁਰੂ ਪਿਆਰ ਵਾਲਿਓ, ਬਿਨਾਂ ਸੰਥਿਆ ਤੋਂ ਸਹਿਜ ਪਾਠ ਕਰਨ ਦੇ ਹੱਕ ਵਿੱਚ ਮੈਂ ਨਹੀਂ ਗਾ, ਕਿਉਂਕਿ ਬੜੀਆਂ ਗਲਤੀਆਂ ਅਸੀਂ ਕਰ ਜਾਂਦੇ। ਮੈਨੂੰ ਇੱਥੇ ਬਚਨ ਚੇਤੇ ਆ ਗਿਆ, ਇੱਕ ਵਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਮਹਾਂਪੁਰਖ ਕਿਸੇ ਪਰਿਵਾਰ ਦੇ ਘਰ ਵਿੱਚ ਗਏ ਤੇ ਬਜ਼ੁਰਗ ਮਾਤਾ ਸੀ ਉਹਨਾਂ ਦੇ ਘਰ। ਤੇ ਮਹਾਂਪੁਰਖ ਕਹਿਣ ਲੱਗੇ ਮਾਈ ਬਾਣੀ ਪੜ੍ਹਦੀ ਹੁੰਦੀ ਹੈ?
ਕਹਿੰਦੀ ਹਾਂ ਮਹਾਰਾਜ, ਬਾਣੀ ਤਾਂ ਜ਼ਰੂਰ ਪੜ੍ਹੀ ਦੀ ਹੈ। ਕਹਿੰਦੇ ਸਾਨੂੰ ਸੁਣਾ ਕਿਹੜੀ ਬਾਣੀ ਪੜ੍ਹਦੀ ਹੁੰਦੀ? ਚੌਪਈ ਸਾਹਿਬ ਪੜ੍ਹਦੀ ਹੁੰਦੀ ਹੈ। ਸੁਣਾਉਣ ਲੱਗ ਪਈ ਬਾਣੀ। ਜਦੋਂ ਇੱਥੇ ਆ ਗਈ ਨਾ ਵੀ ਕਿ ਸਾਡੇ ਤੇ ਕਿਰਪਾ ਕਰੋ ਮਹਾਰਾਜ, ਜਿੱਥੇ ਕਹਿ ਰਹੇ ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਇੱਥੇ ਆ ਕਰਕੇ ਉਹ ਪੜ੍ਹਨ ਲੱਗੀ, ਕਹਿਣ ਲੱਗੀ ਸੇਵਕ ਸਿੱਖ ਹਮਾਰੇ ਤਾਰੀ ਹੈ। ਹਾਹਾ ਤਾਂ ਲਾਉਣਾ ਨਹੀਂ ਸੀ, ਤੇ ਕਹਿੰਦੀ ਚੁਣ ਚੁਣ ਛਿੱਤਰ ਹਮਾਰੇ ਬਾਰੀ ਹੈ। ਧਿਆਨ ਦੇਣਾ, ਇਹ ਮਹਾਂਪੁਰਖਾਂ ਨੇ ਆਪ ਸੁਣਾਈ ਇਹ ਗੱਲ, ਚੁਣ ਚੁਣ ਛਿੱਤਰ ਹਮਾਰੇ ਮਾਰੀ ਹੈ। ਮਹਾਂਪੁਰਖ ਕਹਿੰਦੇ ਬੱਸ ਕਰ ਹੁਣ ਮਾਈ, ਇਹਦੋਂ ਅੱਗੇ ਛਿੱਤਰ ਨਾ ਮਰਾਈ, ਹੁਣ ਰਹਿਣ ਦੇ ਬਸ, ਤੂੰ ਬਾਣੀ ਨਾ ਹੀ ਪੜ੍ਹਿਆ ਕਰ, ਤੂੰ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰ। ਹੁਣ ਛਿੱਤਰ ਤੇ ਛਤਰ ਵਿੱਚ ਕਿੰਨਾ ਅੰਤਰ ਹੈ? ਸਿਆਰੀ ਲੱਗ ਗਈ ਤੇ ਅਰਥ ਗਲਤ ਹੋ ਗਿਆ। ਛਿੱਤਰ ਦਾ ਅਰਥ ਤੇ ਆਪਾਂ ਸਮਝਦੇ ਹਾਂ ਵੀ ਆਪਾਂ ਕੀ ਅਰਦਾਸ ਕਰਨੀ ਵੀ ਸਾਡੇ ਛਿੱਤਰ ਮਾਰੋ, ਨਹੀਂ, ਛਤਰ ਦਾ ਅਰਥ ਹੈ ਵੈਰੀ, ਵੀ ਚੁਣ ਚੁਣ ਕਰਕੇ ਸਾਡੇ ਵੈਰੀ ਖਤਮ ਕਰਨਾ ਕਰੋ। ਆਪ ਹਾਥ ਤੇ ਮੁਝੇ ਉਬਰੀਐ, ਤੇ ਆਪ ਜੀ ਕਿਰਪਾ ਕਰਕੇ ਹੱਥ ਦੇ ਕਰਕੇ ਮੁਝੇ ਮੈਨੂੰ ਉਬਰੀਆ ਦਾ ਅਰਥ ਦਾ ਬਚਾਉਣਾ, ਬਚਾ ਲਓ। ਮਰਨ ਕਾਲ ਕਾ ਤਰਾਸ ਨਿਬਰੀਐ, ਜਿਹੜਾ ਮਰਨ ਦੇ ਸਮੇਂ ਦਾ ਭੈ ਹੈ ਨਾ, ਮੌਤ ਦਾ ਭੈ ਤੇ ਸਾਰਿਆਂ ਦੇ ਅੰਦਰ ਹੀ ਹੈ। ਭੈ ਮਰਬੇ ਕੋ ਬਿਸਰਤ ਨਾਹਨ, ਇਹੋ ਚਿੰਤਾ ਤਨ ਜਾਰਾ। ਨੌਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਨੇ। ਸੋ ਇਹ ਮੌਤ ਦਾ ਜਿਹੜਾ ਭੈ ਹੈ ਨਾ, ਇਹ ਦੂਰ ਨਹੀਂ ਹੁੰਦਾ। ਇਹ ਮਹਾਰਾਜ ਮੌਤ ਦਾ ਭੈ ਦੂਰ ਕਰੋ। ਜਿਹੜੇ ਜੁੜੇ ਆ ਨਾ ਕਲਗੀਧਰ ਪਾਤਸ਼ਾਹ ਨਾਲ, ਉਹਨਾਂ ਦਾ ਦੂਰ ਵੀ ਹੋਇਆ। ਭਾਵੇਂ ਉਹਨਾਂ ਦਾ ਖੋਪਰ ਲੈ ਗਿਆ, ਉਹ ਤਾਂ ਵੀ ਨਹੀਂ ਡਰੇ ਮੌਤ ਤੋਂ। ਆਰੇ ਨਾਲ ਚੀਰੇ ਗਏ, ਮੌਤ ਤੋਂ ਡਰੇ ਕਿਤੇ? ਬਾਬਾ ਦੀਪ ਸਿੰਘ ਦਾ ਸੀਸ ਹੀ ਲੱਥ ਗਿਆ, ਖੱਬੀ ਤਲੀ ਤੇ ਰੱਖ ਕੇ ਤੁਰ ਪਏ। ਮੌਤ ਦਾ ਭੈ ਗੁਰੂ ਦੂਰ ਕਰਦਾ ਹੈ। ਇੱਕ ਪਾਸੇ ਮੌਤ ਦੀ ਕੋਈ ਖਬਰ ਸੁਣ ਲਵੇ ਤੇ ਮੂੰਹ 'ਚ ਪਾਈ ਬੁਰਕੀ ਫੁੱਲ ਜਾਂਦੀ, ਅੱਗੇ ਨਹੀਂ ਲੰਘਦੀ, ਪਾਣੀ ਦੀ ਘੁੱਟ ਨਹੀਂ ਲੰਘਦੀ। ਤੇ ਇੱਕ ਪਾਸੇ ਉਹ ਗੁਰੂ ਕਾ ਖਾਲਸਾ ਜਦੋਂ ਮੌਤ ਦੀ ਖਬਰ ਸੁਣਦਾ ਹੈ, ਉਹਨੂੰ ਚਾਅ ਚੜ ਜਾਂਦਾ ਹੈ। ਕਬੀਰ ਜਿਸ ਮਰਨੇ ਤੇ ਜਗਤ ਡਰੈ, ਮੇਰਾ ਮਨ ਆਨੰਦ। ਹੁਣ ਵੇਖੋ, ਇੱਕ ਪਾਸੇ ਉਹ ਜਿੱਤੋਂ ਜਗਿੰਦੇ ਜਗਤ ਡਰਦਾ ਹੈ ਜਿਹੜੀ ਮੌਤ ਤੋਂ, ਉਹ ਮੌਤ ਸੁਣ ਕਰਕੇ ਤੇ ਮੇਰੇ ਮਨ ਵਿੱਚ ਆਨੰਦ ਪੈਦਾ ਹੁੰਦਾ। ਸੋ ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਮਰਨ ਕਾਲ ਕਾ, ਮੌਤ ਦੇ ਸਮੇਂ ਦਾ ਜਿਹੜਾ ਭੈ ਹੈ, ਡਰ, ਉਹ ਦੂਰ ਕਰਨਾ ਕਰੋ। ਬੂਝੋ ਸਦਾ ਹਮਾਰੇ ਪਛਾ, ਆਦੇ ਹੈ ਵਾਹਿਗੁਰੂ ਸਦਾ ਹੀ ਸਾਡੇ ਵਾਲੀ ਹੋ, ਸਾਡੇ ਪੱਖ ਵਿੱਚ ਹੋ। ਸ੍ਰੀ ਅਸ ਤੁਧ ਜੂ ਕਰੀ ਹੋ ਰੱਛਾ, ਇਹ ਸ਼੍ਰੀ ਸ਼੍ਰੋਮਣੀ ਅਸ ਤੁਜ ਦਾ ਅਰਥ ਪਤਾ ਕੀ ਹੁੰਦਾ ਹੈ? ਅਸ ਦਾ ਅਰਥ ਹੁੰਦਾ ਕਿਰਪਾਨ, ਤੁਜ ਦਾ ਅਰਥ ਹੈ ਨਿਸ਼ਾਨ। ਹੇ ਸ਼੍ਰੋਮਣੀ ਸਤਿਗੁਰੂ ਪਰਮੇਸ਼ਰ ਸ੍ਰੀ ਸਾਹਿਬ ਦੇ ਨਿਸ਼ਾਨ ਵਾਲੇ ਵਾਹਿਗੁਰੂ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਰਹਿਮਤ ਕਰਨਾ ਕਰੋ, ਸਾਡੀ ਰੱਖਿਆ ਕਰੋ। ਰਾਖ ਲਿਓ ਮੋਹਿ ਰੱਖਨ ਹਾਰੇ, ਇਹ ਰੱਖਣ ਹਾਰ ਵਾਹਿਗੁਰੂ ਮੈਨੂੰ ਰੱਖ ਲੈਣਾ ਕਰੋ, ਕਿਉਂਕਿ ਰੱਖਣ ਵਾਲਾ ਹੀ ਰੱਖ ਸਕਦਾ ਨਾ। ਜਿਹੜਾ ਆਪਦੀ ਨਹੀਂ ਰੱਖਿਆ ਕਰ ਸਕਦਾ, ਉਹ ਕਿਸੇ ਦੀ ਕਿਵੇਂ ਰੱਖਿਆ ਕਰੇਗਾ? ਸੋ ਇਸ ਕਰਕੇ ਰੱਖਣ ਵਾਲਾ ਮਾਰਨ ਵਾਲਾ ਵਾਹਿਗੁਰੂ ਹੈ। ਮਾਰਾ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰੱਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਬੋਲੇ। ਇਹ ਰੱਖਣ ਹਾਰ ਵਾਹਿਗੁਰੂ ਰੱਖ ਲੈਣਾ ਕਰੋ। ਸਾਹਿਬ ਸੰਤ ਸਹਾਏ ਪਿਆਰੇ, ਤੇ ਆਪ ਜੀ ਮਾਲਕ ਹੋ ਤੇ ਸੰਤਾਂ ਦੀ ਸਹਾਇਤਾ ਕਰਨ ਵਾਲੇ, ਆਪਣੇ ਪਿਆਰਿਆਂ ਦੇ ਪਿਆਰੇ ਹੋ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਸੀਂ ਦੀਨਾ ਬੰਧੂ ਹੋ, ਨਤੀਜਿਆਂ ਨੂੰ ਵੀ ਆਪਣੇ ਦਰ ਲਾਉਣ ਵਾਲੇ, ਜਿਨ੍ਹਾਂ ਨੂੰ ਕੋਈ ਨਹੀਂ ਨਾ ਬਾਂਹ ਫੜਾਉਂਦਾ, ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਦੀ ਬਾਂਹ ਫੜਨ ਵਾਲੇ ਤੁਸੀਂ ਹੋ। ਅੱਧ ਦੀਨ ਬੰਦ ਦੁਸ਼ਟਨ ਕੇ ਹੰਤਾ, ਜਿਹੜੇ ਦੁਸ਼ਟ ਆ ਨਾ ਵੈਰੀ, ਉਹਨਾਂ ਦਾ ਨਾਸ ਕਰਨ ਵਾਲੇ। ਕਿਵੇਂ ਬਾਂਹ ਫੜਦਾ ਮਾਲਕ? ਏਮਣਾਬਾਦ ਦੀ ਧਰਤੀ ਤੇ ਮਾਲਕ ਗੁਰੂ ਨਾਨਕ ਸਾਹਿਬ ਗਏ। ਇੱਕ ਪਾਸੇ ਮਲਕ ਭਾਗੋ, ਜਿਹਦੇ ਨਾਲ ਸਾਰਾ ਪਿੰਡ ਸਾਰਾ ਸ਼ਹਿਰ ਜੁੜਿਆ ਹੋਇਆ। ਇੱਕ ਪਾਸੇ ਭਾਈ ਲਾਲੋ, ਜਿਹਦੇ ਨਾਲ ਕੋਈ ਨਹੀਂ, ਉਹਦੀ ਬਾਂਹ ਫੜੀ ਗੁਰੂ ਨਾਨਕ ਸਾਹਿਬ ਨੇ ਜਾ ਕਰਕੇ। ਦੀਨਾ ਬੰਧੂ ਹੈ ਨਾ ਮਹਾਰਾਜ। ਤੇ ਉੱਥੇ ਹੀ ਬਚਨ ਉਚਾਰਨ ਕੀਤੇ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੈ ਨੀਚ ਸੰਭਾਲੀਅਨ, ਤਿੱਥੈ ਨਦਰ ਤੇਰੀ ਬਖਸ਼ੀਸ। ਇਉਂ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਪੁੱਛਦਾ, ਜਿਨ੍ਹਾਂ ਨੂੰ ਕੋਈ ਲੜ ਨਹੀਂ ਲਾਉਣ ਵਾਲਾ, ਉਹਨਾਂ ਨੂੰ ਲੜ ਲਾਉਣ ਵਾਲੇ, ਵੈਰੀਆਂ ਦਾ ਨਾਸ ਕਰਨ ਵਾਲੇ ਹੋ। ਤੁਮ ਹੋ ਪੁਰੀ ਚਤੁਰਦਸ ਕੰਤਾ, ਅਤੇ ਤੁਸੀਂ ਹੋ, ਪੁਰੀ ਦਾ ਅਰਥ ਪੁਰੀਆਂ, ਚਤੁਰਦਸ, ਚਤੁਰ ਤੇ 10, 4 ਤੇ 10 14।
14 ਲੋਕ ਮੰਨੇ ਗਏ ਇਸਲਾਮ ਦੇ ਵਿੱਚ, ਭਾਵ 14 ਪੁਰੀਆਂ ਦੇ ਤੁਸੀਂ ਮਾਲਕ ਹੋ। ਕਾਲ ਪਾਏ ਬ੍ਰਹਮਾ ਬਪਤਰਾ। ਤੇ ਅੱਗੇ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਕਰਦੇ ਨੇ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਦਾ ਅਰਥ ਸਮਾਂ ਵੀ ਹੈ ਤੇ ਕਾਲ ਦਾ ਅਰਥ ਅਕਾਲ ਵੀ ਹੈ। ਕਹਿੰਦੇ ਅਕਾਲ ਪੁਰਖ ਦੀ ਆਗਿਆ ਪਾ ਕਰਕੇ ਬ੍ਰਹਮੇ ਨੇ ਬਪ ਨਾਮ ਸਰੀਰ ਦਾ ਹੁੰਦਾ, ਬ੍ਰਹਮੇ ਨੇ ਸਰੀਰ ਧਾਰਨ ਕੀਤਾ ਹੈ। ਕਾਲ ਪਾਏ ਸਿਵਜੂ ਅਵਤਰਾ। ਅਤੇ ਅਕਾਲ ਪੁਰਖ ਦੀ ਆਗਿਆ ਪਾ ਕਰਕੇ ਸ਼ਿਵਜੀ ਪੈਦਾ ਹੋਇਆ ਹੈ, ਜਿਹਨੂੰ ਸ਼ਿਵ ਕਹਿੰਦੇ ਨੇ, ਮਹਾਦੇਵ ਕਹਿੰਦੇ ਨੇ, ਉਹ ਪੈਦਾ ਹੋਇਆ ਹੈ। ਸੋ ਇਹਦੇ ਅਰਥ ਨੇ ਇਹ ਕਿ ਸਮਾਂ ਪਾ ਕਰਕੇ ਜਾਂ ਅਕਾਲ ਪੁਰਖ ਦੀ ਆਗਿਆ ਪਾ ਕਰਕੇ ਪੈਦਾ ਹੋਏ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਅਤੇ ਅਕਾਲ ਪੁਰਖ ਦੀ ਆਗਿਆ ਨਾਲ ਹੀ ਵਿਸ਼ਨੂੰ ਪੈਦਾ ਹੋਇਆ ਹੈ। ਸਗਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰੀ ਜਿਹੜੀ ਖੇਡ ਆ ਨਾ ਸੰਸਾਰ ਦੀ, ਜਿਹੜਾ ਤਮਾਸ਼ਾ ਹੈ, ਇਹ ਕਹਿੰਦੇ ਸਾਰਾ ਕਾਲ ਦਾ ਹੀ ਪੈਦਾ ਕੀਤਾ ਹੋਇਆ, ਵਾਹਿਗੁਰੂ ਦਾ ਹੀ ਪੈਦਾ ਕੀਤਾ ਹੋਇਆ। ਤਾਂ ਹੀ ਤੇ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਜਗਤ ਦੀ ਖੇਡ ਵੇਖਣ ਆਇਆ ਜਿਹੜੀ ਵਾਹਿਗੁਰੂ ਨੇ ਰਚਨਾ ਕੀਤੀ ਹੈ। ਬਚਨ ਬੜੇ ਚੇਤੇ ਆਉਂਦੇ ਪਰ ਸਮਾਂ ਥੋੜਾ ਹੈ। ਇੱਥੇ ਵੀ ਮੈਨੂੰ ਬਚਨ ਚੇਤੇ ਆਉਂਦਾ, ਮੈਂ ਉਦੋਂ ਡਰੋਲੀ ਭਾਈ ਰਹਿੰਦਾ ਸੀ ਤੇ ਕਥਾ ਦੀ ਸੇਵਾ ਉੱਥੇ ਚੱਲਦੀ ਸੀ। ਉੱਥੇ ਇੱਕ ਨਾ ਕਵੀਸ਼ਰ ਆ ਗਿਆ ਤੇ ਗੁਰੂ ਪਿਆਰ ਵਾਲਿਓ, ਉਹ ਕਹਿਣ ਲੱਗਾ ਮੈਨੂੰ ਵੀ ਟਾਈਮ ਦਿਓ ਗਿਆਨੀ ਜੀ। ਮੈਂ ਕਿਹਾ ਲਓ ਜੀ। ਉਹਨੇ ਇਹਨਾਂ ਪੰਕਤੀਆਂ ਦੀ ਵਿਆਖਿਆ ਸ਼ੁਰੂ ਕਰ ਲਈ। ਕਹਿੰਦਾ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਔਂਤਰਾ। ਕਹਿੰਦਾ ਵੀ ਗੁਰਬਾਣੀ ਕਹਿੰਦੀ ਵੀ ਕਾਲ ਪਾ ਕੇ ਸ਼ਿਵਜੀ ਵੀ ਔਂਤਰਾ ਹੀ ਚਲਾ ਗਿਆ। ਵੇਖੋ ਹੁਣ ਪਤਾ ਤੇ ਹੈ ਨਹੀਂ ਇਹਦਾ ਅਰਥ ਕੀ ਹੈ, ਕਿਉਂਕਿ ਜਿਹਨੂੰ ਅਰਥ ਦਾ ਨਹੀਂ ਪਤਾ, ਸੋਝੀ ਨਹੀਂ, ਉਹ ਗੁਰਬਾਣੀ ਦੇ ਅਰਥ ਵੀ ਗਲਤ ਕਰ ਲੈਂਦਾ ਤੇ ਗੁਰਬਾਣੀ ਨੂੰ ਗਲਤ ਰੂਪ ਵਿੱਚ ਪੜ੍ਹ ਲੈਂਦਾ। ਅਵਤਰਾ ਦਾ ਅਰਥ ਅਵਤਾਰ ਹੀ ਹੁੰਦਾ ਹੈ, ਆਉਣਾ ਹੁੰਦਾ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਵੀ ਇਹ ਬਚਨ ਲਿਖੇ ਹੋਏ ਨੇ, ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨ ਕਬਹੂ ਲੀਨਾ। ਸੋ ਉਹਦੀ ਰਜਾ ਵਿੱਚ, ਉਹਦੇ ਹੁਕਮ ਨਾਲ ਹੀ ਇਹ ਸਾਰੇ ਆਏ। ਇਹ ਸਾਰੀ ਉਸੇ ਦੀ ਖੇਡ ਹੈ। ਜਵਨ ਕਾਲ ਜੋਗੀ ਸਿਵ ਕੀਓ। ਕਹਿੰਦੇ ਜਵਨ ਜਿਸ ਅਕਾਲ ਪੁਰਖ ਨੇ ਜੋਗੀਆਂ ਦਾ ਗੁਰੂ ਸ਼ਿਵਜੀ ਪੈਦਾ ਕੀਤਾ, ਜੋਗੀ ਬਣਾਇਆ। ਵੇਦ ਰਾਜ ਬ੍ਰਹਮਾ ਜੋਤੀਓ। ਕਹਿੰਦੇ ਜਿਸ ਨੇ ਬ੍ਰਹਮੇ ਨੂੰ ਵੇਦਾਂ ਦਾ ਰਾਜਾ ਬਣਾ ਦਿੱਤਾ, ਭਾਵ ਕਿ 4 ਵੇਦ ਬ੍ਰਹਮੇ ਨੇ ਲਿਖੇ, ਇਸ ਕਰਕੇ ਉਹਨੂੰ ਵੇਦਾਂ ਦਾ ਰਾਜਾ ਕਹਿ ਦਿੰਦੇ ਹਨ। ਜਵਨ ਕਾਲ ਸਭ ਲੋਕ ਸਵਾਰਾ। ਜਵਨ ਜਿਸ ਅਕਾਲ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਸਾਰੇ ਸੰਸਾਰ ਨੂੰ ਸਵਾਰਿਆ ਹੈ। ਨਮਸਕਾਰ ਹੈ ਤਾਹੇ ਹਮਾਰਾ। ਕਲਗੀਧਰ ਪਾਤਸ਼ਾਹ ਕਹਿੰਦੇ ਸਾਡੀ ਤਾਂ ਉਸ ਨੂੰ ਨਮਸਕਾਰ ਹੈ। ਜਵਨ ਕਾਲ ਸਭ ਜਗਤ ਬਨਾਇਓ। ਜਿਸ ਅਕਾਲ ਪੁਰਖ ਨੇ ਇਹ ਸਾਰਾ ਜਗਤ ਪੈਦਾ ਕੀਤਾ। ਦੇਵ ਦੈਤ ਜਛਨ ਉਪਜਾਇਓ। ਦੇਵ ਦੇ ਪੈਦਾ ਕੀਤੇ, ਦੈਂਤ ਰਾਖਸ਼ ਪੈਦਾ ਕੀਤੇ, ਜਸ਼ ਪੈਦਾ ਕੀਤੇ ਹਨ। ਆਦ ਅੰਤ ਏਕੈ ਅਵਤਾਰਾ। ਆਦ ਸ੍ਰਿਸ਼ਟੀ ਦੇ ਆਦ ਤੋਂ ਲੈ ਕਰਕੇ ਸ੍ਰਿਸ਼ਟੀ ਦੇ ਨਾਸ ਤੱਕ ਇੱਕੇ ਦਾ ਹੀ ਅਵਤਾਰ, ਭਾਵ ਉਹ ਵਾਹਿਗੁਰੂ ਇੱਕ ਹੀ ਰਹਿਣ ਵਾਲਾ ਹੈ, ਉਹ ਬਦਲਿਆ ਨਹੀਂਗਾ। ਜਦੋਂ ਸੰਸਾਰ ਨਹੀਂ ਸੀ ਬਣਿਆ ਉਦੋਂ ਵੀ ਉਹ ਵਾਹਿਗੁਰੂ ਹੈ, ਜਦੋਂ ਸੰਸਾਰ ਬਣ ਗਿਆ ਉਦੋਂ ਵੀ ਵਾਹਿਗੁਰੂ ਹੈ, ਜਦੋਂ ਸੰਸਾਰ ਗੁਰੂ ਪਿਆਰ ਵਾਲਿਓ ਹੁਣ ਵਿਚਰਦਾ ਸਾਡੇ ਸਾਹਮਣੇ ਹੁਣ ਵੀ ਵਾਹਿਗੁਰੂ ਹੈ, ਜਦੋਂ ਸੰਸਾਰ ਦਾ ਅੰਤ ਹੋਵੇਗਾ ਉਦੋਂ ਵੀ ਉਹ ਵਾਹਿਗੁਰੂ ਹੈ। ਅਸੀਂ ਬਚਨ ਪੜ੍ਹਦੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਵਾਹਿਗੁਰੂ ਪਹਿਲਾਂ ਤੋਂ ਲੈ ਕੇ ਅੰਤ ਤੱਕ ਉਹੀ ਹੈ, ਉਹਨੇ ਨਾਸ ਨਹੀਂ ਹੋਣਾ, ਬਾਕੀ ਸਭ ਕੁਝ ਨਾਸਵੰਤ ਹੈ। ਸੋਈ ਗੁਰੂ ਸਮਝਿਓ ਹਮਾਰਾ। ਕਲਗੀਧਰ ਪਾਤਸ਼ਾਹ ਕਹਿੰਦੇ ਉਸੇ ਨੂੰ ਸਾਡਾ ਗੁਰੂ ਸਮਝੋ, ਸਾਡਾ ਕੋਈ ਹੋਰ ਦੁਨਿਆਵੀ ਗੁਰੂ ਨਹੀਂ, ਉਹ ਅਕਾਲ ਪੁਰਖ ਹੀ ਸਾਡਾ ਗੁਰੂ ਹੈ। ਨਮਸਕਾਰ ਤਿਸ ਹੀ ਕੋ ਹਮਾਰੀ। ਇੱਥੇ ਸ਼ੰਕਾ ਨਾ ਪੈ ਜਾਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਹੀਂ ਸੀ। ਨਹੀਂ ਗੁਰਮੁਖੋ, ਉਹ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਉਹੀ ਅਕਾਲ ਪੁਰਖ ਦਾ ਸਰੂਪ ਨੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤੀ ਸਰੂਪ ਵਾਹਿਗੁਰੂ ਆਪ ਹੈ, ਉਸੇ ਨੇ ਗੁਰੂ ਨਾਨਕ ਕਹਾਇਆ ਹੈ ਤੇ ਗੁਰੂ ਨਾਨਕ ਦੀ ਜੋਤ ਗੁਰੂ ਤੇਗ ਬਹਾਦਰ ਪਾਤਸ਼ਾਹ, ਤੇ ਉਸ ਜੋਤ ਨੂੰ ਹੀ ਪਾਤਸ਼ਾਹ ਕਹਿ ਰਹੇ ਵੀ ਉਹ ਅਕਾਲ ਪੁਰਖ ਹੀ ਸਾਡਾ ਗੁਰੂ ਹੈ, ਉਹ ਹੀ ਸਾਡਾ ਗੁਰੂ ਹੈ, ਉਹਦੇ ਤੋਂ ਬਿਨਾ ਹੋਰ ਕੋਈ ਸਾਡਾ ਨਹੀਂ। ਸਕਲ ਪ੍ਰਜਾ ਜਿਨੇ ਆਪ ਸਵਾਰੀ। ਨਮਸਕਾਰ ਤਿਸ ਹੀ ਕੋ ਹਮਾਰੀ, ਤਿਸ ਨੂੰ ਹੀ ਸਾਡੀ ਨਮਸਕਾਰ ਹੈ ਜਿਨੇ ਸਾਰੀ ਸ੍ਰਿਸ਼ਟੀ ਰੂਪੀ ਪ੍ਰਜਾ ਆਪ ਬਣਾਈ ਸਵਾਰੀ ਹੈ। ਸਿਵਕਨ ਕੋ ਸਭ ਗੁਣ ਸੁਖ ਦਿਓ। ਸੇਵਕਨ ਦਾ ਅਰਥ ਹੁੰਦਾ ਸੇਵਕ, ਸੇਵਕਾਂ ਨੂੰ ਸਭ ਗੁਣ ਦਾ ਅਰਥ ਹੁੰਦਾ ਹੈ 100 ਗੁਣਾ ਵੱਧ ਸੁਖ, ਭਾਵ ਕਿ
ਬੇਅੰਤ ਸੁਖ ਆਪਣੇ ਸੇਵਕਾਂ ਨੂੰ ਉਸ ਵਾਹਿਗੁਰੂ ਨੇ ਦਿੱਤੇ ਹਨ। ਸੰਤਰਨ ਕੋ ਪਲ ਮੋਹ ਬਦ ਕੀਓ। ਪਰ ਜਿਹੜੇ ਸ਼ਤਰ ਨਾ, ਸ਼ਤਰੂ ਵੈਰੀ, ਉਹਨਾਂ ਨੂੰ ਇੱਕ ਪਲ ਦੇ ਵਿੱਚ ਹੀ ਉਸ ਵਾਹਿਗੁਰੂ ਨੇ ਨਾਸ਼ ਕਰ ਦਿੱਤਾ, ਖਤਮ ਕਰ ਦਿੱਤਾ। ਘਟ ਘਟ ਕੇ ਅੰਤਰ ਕੀ ਜਾਣਤ। ਅਤੇ ਘਟ ਘਟ ਦਾ ਅਰਥ ਇੱਥੇ ਸਰੀਰ ਸਰੀਰ ਹੈ। ਸਰੀਰਾਂ ਦੇ ਅੰਦਰ ਦੀ ਵੀ ਉਹ ਜਾਣਦਾ। ਆਪਾਂ ਤੇ ਕੇਵਲ ਬਾਹਰ ਦਾ ਹੀ ਜਾਣਦੇ ਨੇ, ਤੇ ਬਾਹਰ ਵਾਲਾ ਵੀ ਕਈ ਵਾਰ ਆਪਣੇ ਤੋਂ ਲੋਕ ਹੀ ਜਾਂਦਾ ਹੈ, ਬਾਹਰੋਂ ਵੀ ਲੁਕਾ ਲੈਂਦੇ ਲੋਕ ਕਰਮ ਕਰਕੇ। ਪਰ ਉਹ ਵਾਹਿਗੁਰੂ ਜਿਹੜਾ ਸਾਡੇ ਅੰਦਰ ਅਸੀਂ ਸੋਚਦੇ ਪਏ ਨਾ, ਅੰਦਰ ਚੱਲਦਾ ਹੈ, ਉਸ ਨੂੰ ਵੀ ਜਾਣਦਾ ਹੈ। ਭਲੇ ਬੁਰੇ ਕੀ ਪੀਰ ਪਛਾਨਤ। ਇਹ ਕੌਣ ਭਲਾ ਹੈ ਤੇ ਕੌਣ ਬੁਰਾ ਹੈ, ਸਾਰਿਆਂ ਦੇ ਅੰਦਰ ਦੀ ਪੀੜਾ ਨੂੰ ਪਛਾਣਦਾ ਹੈ। ਉਹ ਬੰਦਾ ਬੰਦੇ ਤੋਂ ਲੁਕਾ ਸਕਦਾ, ਪਰ ਵਾਹਿਗੁਰੂ ਤੋਂ ਕੋਈ ਨਹੀਂ ਲੁਕਾ ਸਕਦਾ। ਉਹ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ। ਚੀਟੀ ਤੇ ਕੁੰਜਰ ਅਸਥੂਲਾ। ਚੀਟੀ ਦਾ ਅਰਥ ਹੁੰਦਾ ਕੀੜੀ, ਤੇ ਕੁੰਚਰ ਦਾ ਅਰਥ ਹੈ ਹਾਥੀ। ਕੀੜੀ ਤੋਂ ਲੈ ਕਰਕੇ ਹਾਥੀ ਤੱਕ ਜਿੰਨੇ ਵੀ ਇਹ ਅਸਥੂਲ ਤੇ ਸੂਖਮ ਜੀਵ ਹਨ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਉਹ ਸਾਰਿਆਂ ਦੇ ਉੱਪਰ ਹੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਤੇ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਫੂਲਾ ਦਾ ਅਰਥ ਹੈ ਖੁਸ਼ ਹੋ ਰਿਹਾ, ਪ੍ਰਸੰਨ ਹੋ ਰਿਹਾ ਹੈ। ਸੰਤਨ ਦੁੱਖ ਪਾਏ ਤੇ ਦੁਖੀ। ਹੁਣ ਅੱਗੇ ਪਾਤਸ਼ਾਹ ਫਰਮਾਉਂਦੇ ਨੇ ਰੱਬ ਕਦੀ ਦੁਖੀ ਨਹੀਂ ਹੁੰਦਾ, ਪਰ ਇੱਕ ਸਮਾਂ ਐਸਾ ਜਦੋਂ ਰੱਬ ਵੀ ਦੁਖੀ ਹੁੰਦਾ। ਕਦੋਂ? ਸੰਤਨ ਦੁੱਖ ਪਾਏ ਤੇ ਦੁਖੀ। ਜਦੋਂ ਰੱਬ ਦੇ ਪਿਆਰੇ ਸ਼ਾਂਤ ਆਤਮਾ ਵਾਲੇ ਸੰਤ ਜਨ ਮਹਾਤਮਾ ਮਹਾਂਪੁਰਖ ਜਿਹੜੇ ਚੰਗੇ ਜੀਵਨ ਵਾਲੇ ਜਦੋਂ ਦੁੱਖ ਪਾਉਂਦੇ ਨਾ, ਉਦੋਂ ਰੱਬ ਨੂੰ ਵੀ ਦੁੱਖ ਹੁੰਦਾ ਹੈ। ਜਿਵੇਂ ਪ੍ਰਹਿਲਾਦ ਭਗਤ ਨੂੰ ਦੁੱਖ ਦਿੱਤਾ ਤੇ ਰੱਬ ਨੂੰ ਦੁੱਖ ਹੋਇਆ, ਝੱਟ ਹੀ ਆ ਗਿਆ। ਆ ਕਰਕੇ ਨਰ ਸਿੰਘ ਨੇ, ਪਰਮੇਸ਼ਰ ਨੇ ਉਸ ਵੇਲੇ ਹਰਨਾਕਸ਼ ਨੂੰ ਨਹੁੰਆਂ ਨਾਲ ਪਾੜ ਕਰਕੇ ਮਾਰ ਦਿੱਤਾ। ਜਰਾ ਵੀ ਤਰਸ ਨਹੀਂ ਖਾਧਾ। ਕਿਉਂ ਨਹੀਂ ਖਾਧਾ? ਉਹਦੇ ਪਿਆਰੇ ਨੂੰ ਦੁੱਖ ਦੇ ਰਿਹਾ ਸੀ। ਜਦੋਂ ਕੋਈ ਉਹਦੇ ਪਿਆਰੇ ਨੂੰ ਦੁੱਖ ਦਿੰਦਾ ਨਾ, ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ, ਉਹ ਤਾਂ ਮਾਰ ਸੁੱਟਦਾ ਵਾਹਿਗੁਰੂ ਨਹੀਂ ਛੱਡਦਾ। ਜਿਹੜਾ ਉਹਦੇ ਦਾਸ ਦੀ ਨਿੰਦਿਆ ਕਰਦਾ, ਦੁੱਖ ਦਿੰਦਾ ਹੈ, ਜਿਹੜਾ ਸੰਤ ਜਨਾਂ ਨੂੰ, ਰੱਬ ਦੇ ਪਿਆਰਿਆਂ ਨੂੰ, ਉਦੋਂ ਵਾਹਿਗੁਰੂ ਵੀ ਦੁਖੀ ਹੁੰਦਾ ਹੈ। ਸੁਖ ਪਾਏ ਸਾਧਨ ਕੇ ਸੁਖੀ। ਜਿਹੜੇ ਸਾਧੂ ਜਨ ਸਾਧਨਾ ਕਰਨ ਵਾਲੇ, ਰੱਬ ਨਾਲ ਜੁੜੇ ਹੋਏ, ਜਦੋਂ ਉਹ ਸੁਖੀ ਹੋਣ ਨਾ, ਤੇ ਉਦੋਂ ਵਾਹਿਗੁਰੂ ਵੀ ਸੁਖੀ ਹੁੰਦਾ ਕਿ ਮੇਰੇ ਪਿਆਰਿਆਂ ਨੂੰ ਕੋਈ ਸੁੱਖ ਦਿੰਦਾ ਹੈ। ਕਿਉਂ ਗੁਰਮੁਖੋ, ਅੱਜ ਆਪਾਂ ਉਹਨਾਂ ਦੇ ਪਿਆਰਿਆਂ ਦੀ ਸੇਵਾ ਹੀ ਕਰਦੇ ਹਾਂ। ਬਾਬਾ ਭਾਈ ਝਾੜੂ ਕੌਣ ਨੇ? ਵਾਹਿਗੁਰੂ ਦੇ ਪਿਆਰੇ ਨਾ, ਸਤਿਗੁਰਾਂ ਦੇ, ਤੇ ਆਪਾਂ ਉਹਦੇ ਦਰ ਤੇ ਸੇਵਾ ਕਰਦੇ, ਤੇ ਉਹ ਸਾਡੇ ਤੇ ਖੁਸ਼ ਹੋ ਕੇ ਸਾਨੂੰ ਰਹਿਮਤਾਂ ਦਿੰਦਾ। ਧਿਆਨ ਦੇਣਾ, ਜਦੋਂ ਉਹਦੇ ਪਿਆਰਿਆਂ ਦੀ ਸੇਵਾ ਕਰਾਂਗੇ, ਜਦੋਂ ਉਹਦੇ ਪਿਆਰੇ ਖੁਸ਼ ਹੋਣਗੇ, ਤੇ ਉਹ ਵਾਹਿਗੁਰੂ ਵੀ ਉਸ ਵੇਲੇ ਸੁਖੀ ਹੁੰਦਾ ਹੈ। ਏਕ ਏਕ ਕੀ ਪੀਰ ਪਛਾਨੈ। ਉਹ ਇੱਕ ਇੱਕ ਦੇ ਅੰਦਰ ਦੀ ਪੀੜਾ ਨੂੰ ਪਛਾਣਦਾ ਹੈ। ਘਟ ਘਟ ਕੇ ਪਟ ਪਟ ਕੀ ਜਾਣੈ। ਉਹ ਸਰੀਰਾਂ ਦੇ ਪਟ ਨਾਮ ਹੁੰਦਾ ਪਰਦੇ ਦਾ। ਸਰੀਰਾਂ ਦੇ ਅੰਦਰ ਜੋ ਪਰਦੇ ਵਿੱਚ ਜਿਹੜੀ ਗੱਲ ਅਸੀਂ ਕਿਸੇ ਨੂੰ ਦੱਸੀ ਨਹੀਂ ਅਜੇ ਤੱਕ, ਉਹ ਵੀ ਅੰਦਰ ਦੀ ਗੱਲ ਨੂੰ, ਅੰਦਰ ਤੋਂ ਅੰਦਰ ਦੀ ਗੱਲ ਨੂੰ ਵੀ ਜਾਣਦਾ ਹੈ। ਜਬ ਉਦ ਕਰਖ ਕਰਾ ਕਰਤਾਰਾ। ਹੁਣ ਅੱਗੇ ਉਹਦੀ ਸ਼ਕਤੀ ਦਾ ਜ਼ਿਕਰ ਕਰਦੇ ਨੇ। ਦੋ ਤਰ੍ਹਾਂ ਦੀ ਸ਼ਕਤੀ ਪਰਮੇਸ਼ਰ ਦੀ ਬਿਆਨ ਕਰਦੇ ਨੇ। ਜਬ ਉਦ ਕਰਖ, ਉਦ ਕਰਖ ਦਾ ਅਰਥ ਹੁੰਦਾ ਉੱਗਣ ਵਾਲੀ ਸ਼ਕਤੀ, ਪੈਦਾ ਕਰਨ ਵਾਲੀ ਸ਼ਕਤੀ, ਜਾਂ ਇਉਂ ਕਹਿ ਲਓ ਕਿ ਗੁਰੂ ਪਿਆਰ ਵਾਲਿਓ, ਸਾਹ ਨੂੰ ਬਾਹਰ ਕੱਢਣ ਵਾਲੀ ਸ਼ਕਤੀ। ਜਿਵੇਂ ਬਾਹਰ ਨੂੰ ਸਾਹ ਕੱਢਦੇ, ਇਸ ਤਰ੍ਹਾਂ ਜਿਹੜੀ ਪੈਦਾ ਕਰਨ ਵਾਲੀ ਸ਼ਕਤੀ, ਜਦੋਂ ਉਦਕਰਖਣ ਸ਼ਕਤੀ, ਉੱਗਣ ਵਾਲੀ, ਪੈਦਾ ਕਰਨ ਵਾਲੀ ਸ਼ਕਤੀ ਵਰਤਾਉਂਦਾ ਹੈ। ਪ੍ਰਜਾ ਧਰਤ ਤਬ ਦੇਹ ਅਪਾਰਾ। ਕਹਿੰਦੇ ਉਦੋਂ ਇਹ ਸਾਰੀ ਪ੍ਰਜਾ, ਇਹ ਸਾਰਾ ਸੰਸਾਰ ਸਰੀਰ ਧਾਰ ਲੈਂਦਾ। ਭਾਵ ਸਾਰਾ ਸੰਸਾਰ ਉਦੋਂ ਪੈਦਾ ਹੁੰਦਾ ਜਦੋਂ ਉਹ ਪੈਦਾ ਕਰਨਾ ਚਾਹੁੰਦਾ, ਜਦੋਂ ਇਹ ਸ਼ਕਤੀ ਵਰਤਾਉਂਦਾ ਹੈ। ਜਬ ਆਕਰਖ ਕਰਤ ਹੋ ਕਬ ਹੋ। ਅਤੇ ਹੇ ਵਾਹਿਗੁਰੂ, ਜਦੋਂ ਤੁਸੀਂ ਆਕਰਖਣ ਸ਼ਕਤੀ ਕਿਤੇ ਵਰਤਾਉਂਦੇ ਹੋ, ਆਕਰਖਣ ਦਾ ਅਰਥ ਹੁੰਦਾ ਖਿੱਚਣ ਵਾਲੀ ਸ਼ਕਤੀ। ਜਿਵੇਂ ਆਪਾਂ ਸਾਹ ਅੰਦਰ ਨੂੰ ਖਿੱਚਦੇ ਹਾਂ, ਇਉਂ ਖਿੱਚਣ ਵਾਲੀ ਸ਼ਕਤੀ ਜਦੋਂ ਹੇ ਵਾਹਿਗੁਰੂ ਤੁਸੀਂ ਵਰਤਾਉਂਦੇ ਹੋ। ਤੁਮ ਮੈਂ ਮਿਲਤ ਦੇਹ ਧਰ ਸਭ ਹੋ। ਅਤੇ ਜਿੰਨੇ ਵੀ ਸਰੀਰ ਧਾਰੇ ਹੁੰਦੇ ਨਾ, ਇਹ ਸਾਰੇ ਸਰੀਰ ਤੁਹਾਡੇ ਵਿੱਚ ਹੀ ਮਿਲ ਜਾਂਦੇ, ਕੋਈ ਨਹੀਂ ਪਾਸੇ ਰਹਿ ਜਾਂਦਾ। ਜਦੋਂ ਉੱਗਣ ਵਾਲੀ ਸ਼ਕਤੀ ਪੈਦਾ ਕਰਦਾ ਹੈ, ਉਦੋਂ ਸਾਰੇ ਜੀਵ ਪੈਦਾ ਹੋ ਜਾਂਦੇ ਆ। ਜਦੋਂ ਉਹ ਲੀਨਤਾ ਵਾਲੀ ਸ਼ਕਤੀ ਪੈਦਾ ਕਰਦਾ, ਖਿੱਚਣ ਵਾਲੀ, ਉਦੋਂ ਸਾਰੇ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਜੇਤੇ ਬੰਧਨ ਸ੍ਰਿਸ਼ਟ ਸਭ ਧਾਰੈ। ਇਹ ਜਿੰਨੀ ਵੀ ਸ੍ਰਿਸ਼ਟੀ ਹੈ ਵਾਹਿਗੁਰੂ ਤੁਸੀਂ ਪੈਦਾ ਕੀਤੀ ਹੈ, ਤੇ ਜਿੰਨੇ ਵੀ ਇਹ ਜੀਵਾਂ ਦੇ ਮੁੱਖ ਤੁਸੀਂ ਬਣਾਏ ਹਨ, ਆਪੇ ਆਪਣੀ ਬੂਝ ਉਚਾਰੈ। ਇਹ ਆਪੋ ਆਪਣੀ ਬੂਝ ਸਮਝ ਅਨੁਸਾਰ ਇਹ ਤੁਹਾਡਾ ਜਸ ਕਰਦੇ ਨੇ ਜੀਵ। ਤੁਮ ਸਭ ਹੀ ਤੇ ਰਹਿਤ ਨਿਰਾਲਮ। ਹਰਿ ਹੇ ਵਾਹਿਗੁਰੂ, ਤੁਸੀਂ ਸਾਰਿਆਂ ਤੋਂ ਨਿਰਲੇਪ ਹੋ, ਅਸੰਗ ਹੋ। ਨਿਰਲੇਪ ਦਾ ਅਰਥ ਕੀ ਹੈ? ਜਿਵੇਂ ਆਪਾਂ ਕਹਿੰਦੇ ਰੱਬ ਸਾਰਿਆਂ 'ਚ ਵਸਦਾ ਹੈ, ਤੇ ਜੇ ਆਪਾਂ ਨੂੰ ਕੋਈ ਸਵਾਲ ਕਰੇ ਵੀ ਜੇ ਤਾਂ ਸਾਰਿਆਂ 'ਚ ਵਸਦਾ ਹੈ, ਜਦੋਂ ਬੰਦਾ ਮਰ ਜਾਂਦਾ ਫਿਰ ਤਾਂ ਰੱਬ ਵੀ ਮਰ ਗਿਆ ਹੋਊ।
ਸਵਾਲ ਪੈਦਾ ਹੋ ਜਾਂਦਾ ਨਾ। ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਨਿਰਲੇਪ ਦਾ ਅਰਥ ਹੈ ਵਸਦਾ ਸਾਰਿਆਂ 'ਚ, ਪਰ ਉਹਦੇ ਤੇ ਕਿਸੇ ਚੀਜ਼ ਦਾ ਲੇਪ ਨਹੀਂ ਹੁੰਦਾ। ਭਾਵੇਂ ਕੋਈ ਚੰਗੇ ਜੀਵਨ ਵਾਲਾ ਤੇ ਭਾਵੇਂ ਕੋਈ ਮਾੜੇ ਜੀਵਨ ਵਾਲਾ ਹੈ, ਇਹਦਾ ਉਹਦੇ ਤੇ ਅਸਰ ਨਹੀਂ ਹੁੰਦਾ। ਉਹ ਜੋਤ ਉਹਦੀ ਸਾਰਿਆਂ 'ਚ, ਚੰਗੇ ਵਿੱਚ ਵੀ ਆ ਮਾੜੇ ਵਿੱਚ ਵੀ ਆ। ਹੁਣ ਉਹ ਰੋਜੀ ਰੋਟੀ ਦਿੰਦਾ ਹੈ, ਉਹ ਇਹ ਥੋੜ੍ਹਾ ਵੇਖਦਾ ਵੀ ਇਹ ਚੰਗੇ ਜੀਵਨ ਵਾਲਾ, ਇਹਨੂੰ ਦੇ ਦਿਆਂ ਦੂਜੇ ਨੂੰ ਦੇਵਾਂ ਨਾ। ਪਾਪੀਆਂ ਤੋਂ ਪਾਪੀਆਂ ਨੂੰ ਹੀ ਦੇ ਰਿਹਾ, ਸਾਰਿਆਂ ਨੂੰ ਦੇ ਰਿਹਾ, ਕਿਸੇ ਨੂੰ ਭੁੱਖਾ ਥੋੜ੍ਹਾ ਮਾਰਦਾ। ਉਹਦਾ ਕਰਮ ਇਹ ਹੈ, ਕਿਉਂਕਿ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਸਾਡੇ ਔਗਣ ਵੇਖਦਾ ਹੈ, ਪਰ ਫਿਰ ਵੀ ਸਾਨੂੰ ਦੇਣ ਲੱਗਿਆ ਹਾਰਦਾ ਨਹੀਂਗਾ, ਦੇ ਹੀ ਜਾ ਰਿਹਾ ਫਿਰ। ਸੋ ਇਸ ਕਰਕੇ ਉਹ ਵਾਹਿਗੁਰੂ ਨਿਰਲੇਪ ਹੈ। ਨਿਰਲੇਪ ਕਿਵੇਂ? ਚਲੋ ਇੱਕ ਪ੍ਰਮਾਣ ਲੈ ਲਈਏ, ਜਿਵੇਂ ਸੂਰਜ ਚੜ੍ਹਿਆ, ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ, ਤੇ ਗੁਰੂ ਪਿਆਰ ਵਾਲੇ ਉਹ ਚੰਗੀ ਥਾਂ ਵੀ ਪੈਂਦੀਆਂ ਨੇ ਤੇ ਰੂੜੀ 'ਤੇ ਵੀ ਪੈਂਦੀਆਂ, ਗੰਦੀ ਥਾਂ 'ਤੇ ਵੀ ਪੈਂਦੀਆਂ, ਪਰ ਕਦੀ ਕਿਰਨਾਂ ਨੂੰ ਰੂੜੀ 'ਤੇ ਨਹੀਂ ਲੱਗਦੀ, ਕਿਰਨਾਂ ਨੂੰ ਗੰਦਗੀ 'ਤੇ ਨਹੀਂ ਲੱਗਦੀ। ਪੈਂਦੀਆਂ ਚੰਗੀ ਥਾਂ 'ਤੇ ਵੀ ਆ ਤੇ ਮੰਦੇ 'ਤੇ ਵੀ, ਨਾ ਉਹਨਾਂ ਨੂੰ ਚੰਗੀ ਚੀਜ਼ ਲੱਗਦੀ ਹੈ ਤੇ ਨਾ ਮੰਦੀ ਚੀਜ਼ ਲੱਗਦੀ ਹੈ। ਉਹ ਕਿਰਨਾਂ ਨਿਰਲੇਪ ਨੇ, ਉਹਨਾਂ ਨੂੰ ਕਿਸੇ ਚੀਜ਼ ਦਾ ਲੇਪ ਨਹੀਂ ਲੱਗਦਾ। ਸੋ ਇਸੇ ਤਰ੍ਹਾਂ ਉਹ ਵਾਹਿਗੁਰੂ ਜਿਹੜਾ ਹੈ ਉਹ ਸਾਰਿਆਂ ਤੋਂ ਨਿਰਲੇਪ ਹੈ। ਜਾਣਤ ਵੇਦ ਭੇਦ ਅਰਿਆਲਮ। ਪਰ ਇਸ ਭੇਦ ਨੂੰ ਕੌਣ ਜਾਣਦਾ ਹੈ? ਮਹਾਰਾਜ ਕਹਿੰਦੇ ਜਾਣਤ ਵੇਦ ਭੇਦ। ਜਿਹੜੇ ਵੇਦ ਆ ਨਾ ਚਾਰੇ, ਉਹ ਵੀ ਜਾਣਦੇ ਨੇ ਕਿ ਉਹ ਵਾਹਿਗੁਰੂ ਐਸਾ ਹੈ। ਤੇ ਆਲਮ ਦਾ ਅਰਥ ਹੁੰਦਾ ਵਿਦਵਾਨ, ਗਿਆਨਵਾਨ ਲੋਕ ਇਸ ਗੱਲ ਨੂੰ ਜਾਣਦੇ ਹਨ। ਨਿਰੰਕਾਰ ਨਿਰਵਿਕਾਰ ਨਿਰਲੰਭ। ਉਹ ਵਾਹਿਗੁਰੂ ਕੈਸਾ ਹੈ? ਨਿਰੰਕਾਰ ਦਾ ਅਰਥ ਹੈ ਮਾਇਕੀ ਆਕਾਰਾਂ ਤੋਂ ਰਹਿਤ। ਜਿਵੇਂ ਸਾਡਾ ਆਕਾਰ ਹੈ, ਇਵੇਂ ਵਾਹਿਗੁਰੂ ਦਾ ਆਕਾਰ ਨਹੀਂ। ਨਿਰੰਕਾਰ ਦਾ ਅਰਥ ਆਕਾਰ ਤੋਂ ਰਹਿਤ। ਨਿਰਵਿਕਾਰ ਦਾ ਅਰਥ ਜਿਵੇਂ ਆਪਾਂ ਵਿਕਾਰਾਂ ਵਾਲੇ ਵੀ ਹਾਂ, ਵਿਕਾਰ ਵੀ ਸਾਡੇ ਵਿੱਚ ਹੀ ਹੈ ਨਾ, 5 ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਵਿਕਾਰਾਂ ਤੋਂ ਵੀ ਨਿਰਵਿਕਾਰ, ਵਿਕਾਰਾਂ ਤੋਂ ਵੀ ਰਹਿਤ ਹੈ। ਨਿਰਲੰਭ, ਨਿਰਲੰਭ ਦਾ ਅਰਥ ਹੁੰਦਾ ਆਸਰੇ ਤੋਂ ਰਹਿਤ। ਜਿਵੇਂ ਆਪਾਂ ਨੂੰ ਤੇ ਆਸਰਾ ਹੈ ਗੁਰੂ ਦਾ, ਪਰਮੇਸ਼ਰ ਦਾ, ਪਰ ਗੁਰੂ ਨੂੰ, ਪਰਮੇਸ਼ਰ ਨੂੰ ਕਿਸੇ ਦਾ ਆਸਰਾ ਨਹੀਂ। ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ, ਪਰ ਉਹਨੂੰ ਕਿਸੇ ਦਾ ਆਸਰਾ ਨਹੀਂ। ਉਹ ਕਿਸੇ ਦਾ ਆਸਰਾ ਨਹੀਂ ਲੈਂਦਾ, ਉਹ ਆਪਣਾ ਆਪ ਸਭ ਕੁਝ ਕਰਨ ਵਾਲਾ। ਇਸ ਕਰਕੇ ਉਹ ਆਸਰੇ ਤੋਂ ਰਹਿਤ ਹੈ। ਆਦ ਅਨੀਲ ਅਨਾਦ ਅਸੰਭ। ਇਹ ਆਦ ਦਾ ਅਰਥ ਹੈ ਉਹ ਪਹਿਲਾਂ ਤੋਂ ਲੈ ਕੇ, ਜਦੋਂ ਕੁਝ ਨਹੀਂ ਸੀ ਬਣਿਆ ਉਦੋਂ ਵੀ ਉਹ ਹੈ। ਤੇ ਅਨੀਲ ਦਾ ਅਰਥ ਹੁੰਦਾ ਗਿਣਤੀ ਤੋਂ ਰਹਿਤ। ਉਹਦੀ ਕੋਈ ਗਿਣਤੀ ਮਿਣਤੀ ਨਹੀਂ। ਸਾਡੀ ਤਾਂ ਗਿਣਤੀ ਮਿਣਤੀ ਹੋ ਸਕਦੀ ਹੈ ਵੀ ਇੰਨੀ ਕੁ ਉਮਰ ਸਾਡੀ ਹੋਊਗੀ, ਉਦੋਂ ਬਾਅਦ ਮਰ ਜਾਵਾਂਗੇ, ਪਰ ਵਾਹਿਗੁਰੂ ਦੀ ਕੋਈ ਗਿਣਤੀ ਮਿਣਤੀ ਨਹੀਂ। ਅਨਾਦ, ਉਹਦਾ ਕੋਈ ਜੇ ਪੈਦਾ ਹੋਣ ਦਾ ਸਮਾਂ ਵੀ ਨੀਅਤ ਨਹੀਂ ਵੀ ਉਹ ਕਦੋਂ ਪੈਦਾ ਹੋਇਆ, ਕਿੰਨੇ ਉਹਨੂੰ ਪੈਦਾ ਕੀਤਾ, ਕੋਈ ਨਹੀਂ ਜਾਣਦਾ, ਉਹ ਵਾਹਿਗੁਰੂ ਆਪ ਹੀ ਜਾਣਦਾ ਹੈ। ਇਸ ਕਰਕੇ ਉਹ ਪੈਦਾ ਹੋਣ ਤੋਂ ਵੀ ਰਹਿਤ। ਅਸੰਭ ਦਾ ਅਰਥ ਹੈ ਅਚਰਜ ਰੂਪ ਹੈ। ਤਾਕਾ ਮੂੜ ਉਚਾਰਤ ਭੇਦਾ। ਤਾਕਾ ਤਿਸ ਵਾਹਿਗੁਰੂ ਦਾ ਮੂਰਖ ਲੋਕ ਭੇਦ ਉਚਾਰਦੇ ਵੀ ਅਸੀਂ ਜਾਣ ਲਿਆ, ਅਸੀਂ ਜਾਣ ਲਿਆ ਜੀ ਉਸ ਰੱਬ ਨੂੰ। ਜਾਗੋ ਭੇਵ ਨਾ ਪਾਵਤ ਵੇਦਾ। ਸਾਰੇ ਕਹਿੰਦੇ ਜਿਹਦਾ ਭੇਦ ਵੇਦ ਨਹੀਂ ਜਾਣ ਸਕਦੇ, ਉਹਦਾ ਮੂਰਖਾ ਤੂੰ ਕਿੱਥੋਂ ਜਾਣ ਲਵੇਂਗਾ? ਤੂੰ ਕਿਵੇਂ ਉਹਦੇ ਬਾਰੇ ਦੱਸ ਸਕੇਂਗਾ ਵੀ ਉਹ ਅਸੀਂ ਸਾਰਾ ਕੁਝ ਜਾਣ ਲਿਆ ਉਹਦੇ ਬਾਰੇ? ਅੱਜ ਸਾਡੇ ਵਿਦਵਾਨ ਹੀ ਕਹੀ ਜਾਂਦੇ ਨੇ ਕਈ ਵੀ ਅਸੀਂ ਤਾਂ ਸਭ ਕੁਝ ਜਾਣ ਲਿਆ, ਜੋ ਕੁਝ ਅਸੀਂ ਜਾਣਿਆ ਕਿਸੇ ਨੇ ਨਹੀਂ ਜਾਣਿਆ। ਧਿਆਨ ਦੇਣਾ, ਮਹਾਰਾਜ ਕਹਿੰਦੇ ਤਾਂ ਮੂਰਖ ਲੋਕ ਨਾ ਜਿਹੜੇ ਕਹਿੰਦੇ ਵੀ ਅਸੀਂ ਤਾਂ ਵੇਦ, ਉਹਦਾ ਭੇਦ ਜਾਣ ਲਿਆ। ਕਹਿੰਦੇ ਉਹਦਾ ਭੇਦ ਤਾਂ 4 ਵੇਦ ਨਹੀਂ ਜਾਣ ਸਕੇ, ਉਹਦਾ ਭੇਦ ਨਹੀਂ ਕੋਈ ਜਾਣ ਸਕਦਾ। ਉੱਥੇ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਕਹਿ ਦਿੱਤਾ, ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਹੋਰ ਨਹੀਂ ਕੋਈ ਜਾਣਦਾ, ਉਹੀ ਜਾਣਦਾ ਉਹ ਵਾਹਿਗੁਰੂ। ਤੇ ਗੁਰੂ ਪਿਆਰ ਵਾਲੋ ਸਿੱਧਾ ਕੋਲੇ ਮਹਾਰਾਜ ਗਏ ਤੇ ਕਹਿਣ ਲੱਗੇ, ਮਹਾਰਾਜ ਤੁਸੀਂ ਕਹਿੰਦੇ ਵੀ ਉਹਦੇ ਬਾਰੇ ਕੋਈ ਨਹੀਂ ਜਾਣਦਾ। ਮਹਾਰਾਜ ਕਹਿੰਦੇ ਹਾਂ ਨਹੀਂ ਜਾਣਦਾ ਕੋਈ ਉਹਦੇ ਬਾਰੇ। ਕਹਿੰਦੇ ਮਹਾਰਾਜ ਅਸੀਂ ਸੁਣਿਆ ਤੁਸੀਂ ਉਹਦਾ ਅਵਤਾਰ ਹੋ, ਉਹੀ ਰੂਪ ਹੋ। ਤੇ ਮਹਾਰਾਜ ਕਹਿੰਦੇ ਅਸੀਂ ਹੈ ਹੀ ਉਹਦਾ ਰੂਪ ਆ। ਕਹਿੰਦੇ ਫਿਰ ਤੁਸੀਂ ਤਾਂ ਜਾਣਦੇ ਹੋਵੋਗੇ ਨਾ, ਉਹ ਤੁਹਾਡਾ ਰੂਪ ਆ। ਆਪਣੇ ਰੂਪ ਨੂੰ ਤੇ ਆਪ ਬੰਦਾ ਜਾਣਦਾ ਹੀ ਹੈ ਨਾ। ਮਹਾਰਾਜ ਤੁਸੀਂ ਨਿਰੰਕਾਰ ਹੋ, ਫਿਰ ਤੁਸੀਂ ਤਾਂ ਆਪਣੇ ਆਪ ਨੂੰ ਜਾਣਦੇ ਹੋਵੋਗੇ। ਚਲਾਕੀ ਖੇਡੀ ਸਿੱਧਾ ਨੇ ਵੀ ਸ਼ਾਇਦ ਹੁਣ ਦੱਸ ਦੇਣਗੇ, ਅੰਤ ਪਾਇਆ ਜਾਊਗਾ। ਮਹਾਰਾਜ ਕਹਿੰਦੇ ਹਾਂ ਜਾਣਦੇ ਆ। ਕਹਿੰਦੇ ਫਿਰ ਦੱਸੋ। ਮਹਾਰਾਜ ਕਹਿੰਦੇ ਦੱਸ ਨਹੀਂ ਸਕਦੇ। ਕਹਿਣ ਲੱਗੇ ਮਹਾਰਾਜ ਇਹ ਕਿਹੋ ਜਿਹੀ ਗੱਲ ਹੋਈ ਵੀ ਇੱਕ ਪਾਸੇ ਤੁਸੀਂ ਕਹਿੰਦੇ ਜਾਣਦੇ ਅਸੀਂ, ਇੱਕ ਪਾਸੇ ਕਹਿੰਦੇ ਦੱਸ ਨਹੀਂ ਸਕਦੇ। ਫਿਰ ਮਹਾਰਾਜ ਨੇ ਗੁਰਬਾਣੀ ਦੀ ਪੰਕਤੀ ਉਚਾਰੀ ਜਪਜੀ ਸਾਹਿਬ ਦੀ। ਮਹਾਰਾਜ ਕਹਿੰਦੇ ਜੇ ਹਉ ਜਾਣਾ ਆਖਾਂ ਨਹੀਂ, ਜੇ ਮੈਂ ਜਾਣਦਾ ਤੇ ਆਖਣਾ ਨਹੀਂ। ਮਹਾਰਾਜ ਆਖਣਾ ਕਿਉਂ ਨਹੀਂ? ਕਹਿਣਾ ਕਥਨ ਨਾ ਜਾਈ। ਮਹਾਰਾਜ ਕਹਿੰਦੇ ਉਹ ਕਹਿਣਾ ਕਥਨ ਨਾ ਜਾਈ, ਉਹ ਕਹਿਣ ਤੇ ਕਥਨ ਵਿੱਚ ਨਹੀਂ ਆਉਂਦਾ। ਜਾਣਦੇ ਅਸੀਂ ਜ਼ਰੂਰ ਆ ਪਰ ਦੱਸ ਨਹੀਂ ਸਕਦੇ। ਸੋ ਇਉਂ ਗੁਰੂ ਪਿਆਰ ਵਾਲਿਓ ਮੂਰਖ ਲੋਕ ਉਹਦਾ ਭੇਦ ਉਚਾਰਦੇ ਨੇ ਵੀ ਅਸੀਂ ਜਾਣ ਲਿਆ, ਪਰ ਜਿਹਦਾ ਭੇਦ ਵੇਦ ਵੀ ਨਹੀਂ ਜਾਣਦੇ। ਤਾਕੋ ਕਲ ਪਾਹਨ ਅਨੁਮਾਨਤ। ਤੇ ਅੱਗੇ ਹੋਰ ਮੂਰਖਾਂ ਦਾ ਵੀ ਜ਼ਿਕਰ ਕਰਦੇ। ਮਹਾਰਾਜ ਕਹਿੰਦੇ ਕਈ ਤਾਂ ਇਹੋ ਜਿਹੇ ਮੂਰਖ ਜਿਹੜੇ ਰੱਬ ਨੂੰ ਪੱਥਰ ਕਰਕੇ ਮੰਨੀ ਜਾਂਦੇ। ਤਾਕੋ ਕਰ ਪਾਹਨ
ਅਨਮਾਨਤ। ਪਾਹਣ ਦਾ ਅਰਥ ਕੀ ਹੈ? ਪੱਥਰ। ਕਈਆਂ ਨੇ ਜਗ੍ਹਾ ਬਣਾ ਲਈ, ਕਿਸੇ ਨੇ ਕਬਰ ਬਣਾ ਲਈ, ਕਿਸੇ ਨੇ ਕੋਈ ਥਾਂ ਬਣਾ ਲਈ, ਕਈ ਤਾਂ ਉਹਨੂੰ ਪੱਥਰ ਰੂਪ ਅੰਦਾਜ਼ਾ ਲਾ ਕੇ ਵੀ ਇਹ ਰੱਬ ਹੀ ਆ, ਇਉਂ ਉਹਨੂੰ ਮੰਨਦੇ ਹਨ। ਮਹਾ ਮੂੜ ਕਛ ਭੇਦ ਨਾ ਜਾਣਤ। ਸਾਰੇ ਕਹਿੰਦੇ ਉਹਦੇ ਸਭ ਤੋਂ ਵੱਡੇ ਮੂਰਖ ਨੇ ਜਿਹੜੇ ਕੋਈ ਭੇਦ ਨਹੀਂ ਉਹਦਾ ਜਾਣਦੇ। ਤੀਸਰੀ ਬਾਣੀ 'ਚ ਵੀ ਆਪਾਂ ਪੜ੍ਹਦੇ ਸਵਈਆਂ ਵਿੱਚ, ਮਹਾਰਾਜ ਕਹਿੰਦੇ ਕਉ ਪਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋਈ ਬੁੱਤਾਂ ਨੂੰ ਪੂਜੀ ਜਾਂਦਾ ਹੈ, ਕੋਈ ਕਹਿੰਦੇ ਕਬਰਾਂ ਨੂੰ ਪੂਜੀ ਜਾਂਦਾ ਹੈ, ਪਰ ਕਹਿੰਦੇ ਸਾਰੇ ਝੂਠ ਦੇ ਪਲੰਦੇ ਬਣੇ ਹੋਏ ਨੇ, ਝੂਠ ਵਿੱਚ ਫਸੇ ਹੋਏ ਨੇ। ਕਹਿੰਦੇ ਉਸ ਸ਼੍ਰੋਮਣੀ ਭਗਵਾਨ ਦਾ ਕਿਸੇ ਨੇ ਭੇਦ ਨਹੀਂ ਜਾਣਿਆ। ਇਹ ਮੂਰਖ ਲੋਕ ਪੱਥਰ ਰੂਪ ਵੀ ਉਹਨੂੰ ਪੂਜੀ ਜਾਂਦੇ ਆ, ਪੱਥਰ ਰੂਪ ਸਮਝ ਕਰਕੇ। ਮਹਾਦੇਵ ਕੋ ਕਹਿਤ ਸਦਾ ਸਿਵ। ਤੇ ਕਈ ਤਾਂ ਇਹੋ ਜਿਹੇ ਨੇ ਜਿਹੜੇ ਮਹਾਦੇਵ ਨੂੰ ਸ਼ਿਵ ਕਹੀ ਜਾਂਦੇ। ਅੱਜ ਜਿਹਨੂੰ ਸ਼ਿਵ ਜੀ ਕਹਿੰਦੇ ਹੈ ਤਾਂ ਮਹਾਦੇਵ। ਕਹਿੰਦੇ ਉਹ ਜਿਹੜਾ ਮਹਾਦੇਵ ਆ ਜਿਹਨੂੰ ਸ਼ਿਵ ਜੀ ਕਹਿੰਦੇ, ਉਹਨੂੰ ਸਦਾ ਸਿਵ ਕਹੀ ਜਾਂਦੇ। ਸਦਾ ਸਿਵ ਰੱਬ ਦਾ ਨਾਂ ਹੈ। ਸਦਾ ਸਿਵ ਦਾ ਭਾਵ ਸਦਾ ਕਲਿਆਣ ਕਰਨ ਵਾਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਬਦ ਉਚਾਰਿਆ ਨਾ, ਦੇਹ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਣ ਤੇ ਕਬਹੂ ਨਾ ਟਰੋ। ਹੁਣ ਕਈ ਲੋਕ ਜਿਹੜੇ ਇਹਦੇ ਵੀ ਗਲਤ ਅਰਥ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਉਹ ਪਹਿਲਾਂ ਚੌਪਈ ਸਾਹਿਬ ਪੜ੍ਹ ਲਿਆ ਕਰਨ, ਫਿਰ ਉਹਨਾਂ ਨੂੰ ਸਮਝ ਪੈ ਜਾਵੇ। ਕਿਉਂਕਿ ਮਹਾਰਾਜ ਕਹਿੰਦੇ ਕਈ ਮੂਰਖ ਲੋਕ ਮਹਾਦੇਵ ਨੂੰ ਸ਼ਿਵ ਕਹੀ ਜਾਂਦੇ। ਸ਼ਿਵ ਨਾਮ ਪਰਮੇਸ਼ਰ ਦਾ, ਇਹ ਲੋਕਾਂ ਨੇ ਉਹਦੇ ਨਾਲ ਜੋੜ ਲਿਆ, ਉਹਨੂੰ ਰੱਬ ਬਣਾ ਲਿਆ। ਧਿਆਨ ਦੇਣਾ, ਉੱਥੇ ਸ਼ਿਵਾ ਦਾ ਅਰਥ ਹੈ ਪਰਮੇਸ਼ਰ, ਕਲਿਆਣ ਸਰੂਪ ਵਾਹਿਗੁਰੂ। ਸੋ ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਮਹਾਦੇਵ ਨੂੰ ਕਹਿੰਦੇ ਸ਼ਿਵ ਕਹੀ ਜਾਂਦੇ ਹਨ। ਨਿਰੰਕਾਰ ਕਾ ਚਿੰਨਤ ਨਹਿ ਪਿਵ। ਉਹ ਜਿਹੜਾ ਨਿਰੰਕਾਰ ਵਾਹਿਗੁਰੂ ਆ ਉਹਦਾ ਭੇਦ ਜਾਣਦੇ ਨਹੀਂ। ਆਪੇ ਆਪਣੀ ਬੁੱਧ ਹੈ ਜੇਤੀ। ਆਪੋ ਆਪਣੀ ਜਿੰਨੀ ਕੁ ਬੁੱਧੀ ਹੈ, ਮਤ ਹੈ। ਵਰਨਤ ਭਿੰਨ ਭਿੰਨ ਤੋਹਿ ਤੇਤੀ। ਇਹ ਵਾਹਿਗੁਰੂ ਤਿਵੇਂ ਤਿਵੇਂ ਤੈਨੂੰ ਬਿਆਨ ਕਰੀ ਜਾਂਦੇ, ਪਤਾ ਕਿਸੇ ਨੂੰ ਕੱਖ ਨਹੀਂ। ਆਪੋ ਆਪਣੀ ਮਤ ਮੁਤਾਬਕ ਹੀ ਬੋਲੀ ਜਾਂਦੇ ਹਨ। ਤੁਮਰਾ ਲਖਾ ਨਾ ਜਾਏ ਪਸਾਰਾ। ਪਰ ਇਹ ਜੋ ਤੁਸੀਂ ਪਸਾਰਾ ਪਸਾਰਿਆ, ਤੁਹਾਡਾ ਪਸਾਰਾ ਲਖਾ ਦਾ ਅਰਥ ਦਾ ਜਾਣਿਆ, ਇਹ ਨਹੀਂ ਜਾਣਿਆ ਜਾ ਸਕਦਾ। ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਤੇ ਕਿਵੇਂ ਤੁਸੀਂ ਇਹ ਪਹਿਲਾਂ ਸੰਸਾਰ ਸਾਜਿਆ। ਤੇ ਅੱਜ ਤਾਂ ਸਾਡੇ ਵਿਦਵਾਨ ਕਹਿੰਦੇ ਆ ਵੀ ਧਰਮ ਦੀ ਵਿਆਖਿਆ ਹੀ ਸਾਇੰਸ ਕਰਦੀ ਹੈ। ਕਮਾਲ ਦੀ ਗੱਲ ਹੈ। ਮਹਾਰਾਜ ਕਹਿੰਦੇ ਤਾਂ ਜਾਣਿਆ ਨਹੀਂ ਜਾ ਸਕਦਾ ਵੀ ਕਿਵੇਂ ਸੰਸਾਰ ਸਾਜਿਆ ਹੈ, ਤੇ ਸਾਇੰਸ ਤਾਂ ਇਹ ਦੱਸਦੀ ਹੈ ਵੀ ਇੱਦਾਂ ਸਾਜਿਆ ਸੰਸਾਰ, ਪਹਿਲਾਂ ਆਹ ਬਣਿਆ ਸੀ, ਫਿਰ ਆਹ ਬਣਿਆ। ਫਿਰ ਕਿੱਧਰ ਨੂੰ ਜਾਓਗੇ? ਧਰਮ ਕਿੱਥੇ ਗਿਆ? ਧਿਆਨ ਦੇਣਾ ਸਮਝਣ ਵਾਲੀ ਗੱਲ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਜਿੱਥੇ ਸਾਇੰਸ ਖਤਮ ਹੁੰਦੀ ਉੱਥੋਂ ਧਰਮ ਸ਼ੁਰੂ ਹੁੰਦਾ, ਉੱਥੋਂ ਬਾਣੀ ਸ਼ੁਰੂ ਹੁੰਦੀ ਹੈ। ਸਾਇੰਸ ਬਾਹਰਲੀਆਂ ਚੀਜ਼ਾਂ ਨੂੰ ਮੰਨੇਗੀ, ਵੇਖੀਆਂ ਚੀਜ਼ਾਂ ਨੂੰ ਮੰਨੇਗੀ, ਪਰ ਧਰਮ ਉਹਨਾਂ ਦਾ ਜ਼ਿਕਰ ਕਰਦਾ ਜਿਨ੍ਹਾਂ ਨੂੰ ਕਦੇ ਕਿਸੇ ਨੇ ਅਜੇ ਤੱਕ ਵੇਖਿਆ ਨਹੀਂ, ਪਰ ਉਹ ਦਿਸਦੀਆਂ ਨੇ ਪਰ ਬੰਦਗੀ ਕਰਕੇ। ਹੁਣ ਸਾਇੰਸ ਕਿਵੇਂ ਮੰਨੂਗੀ ਕਿ ਬਾਬੇ ਦੀਪ ਸਿੰਘ ਦਾ ਸਿਰ ਲੱਥਾ ਤੇ ਉਹ ਲੜਿਆ? ਮੰਨ ਲੂ ਸਾਇੰਸ? ਕਦੇ ਵੀ ਨਹੀਂ ਮੰਨੂਗੀ। ਸਾਇੰਸ ਇਸ ਚੀਜ਼ ਨੂੰ ਕਦੇ ਵੀ ਨਹੀਂ ਮੰਨ ਸਕਦੀ ਵੀ ਕਿਸੇ ਬੰਦੇ ਦਾ ਸਿਰ ਲੱਥ ਜਾਵੇ, ਉਹ ਤਲੀ ਤੇ ਰੱਖ ਕੇ ਲੜ ਸਕੇ। ਪਰ ਗੁਰਮਤ ਮੰਨੂਗੀ ਕਿ ਉਹ ਆਮ ਬੰਦਾ ਨਹੀਂਗਾ, ਉਹ ਗੁਰੂ ਕਾ ਸਿੱਖ ਹੈ, ਉਹ ਸਾਜਿਆ ਤੇ ਨਵਾਜਿਆ ਹੈ, ਪੂਰਨ ਬ੍ਰਹਮ ਗਿਆਨੀ ਹੈ, ਤੇ ਉਹ ਸਿਰ ਖੱਬੀ ਤਲੀ ਤੇ ਰੱਖ ਕਰਕੇ ਲੜਿਆ। ਸਾਇੰਸ ਨੇ ਨਹੀਂ ਮੰਨਣਾ। ਫਿਰ ਸਾਇੰਸ ਕਿਵੇਂ ਧਰਮ ਦੀ ਵਿਆਖਿਆ ਕਰੂਗੀ? ਰਹੋ ਵਿਚਾਰ। ਸੋ ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਕਿਵੇਂ ਸੰਸਾਰ ਪਹਿਲਾਂ ਪੈਦਾ ਹੋਇਆ ਹੈ, ਇਹ ਕੋਈ ਨਹੀਂ ਜਾਣਦਾ। ਇੱਕ ਹੈ ਰੂਪ ਅਨੂਪ ਸਰੂਪਾ। ਇੱਕ ਹੈ, ਇੱਕ ਵਾਹਿਗੁਰੂ ਤੋਂ ਹੀ ਇਹ ਬੇਮਿਸਾਲ ਅਨੇਕਾਂ ਰੂਪ ਅੱਗੇ ਪੈਦਾ ਹੋਏ ਹਨ। ਰੰਗ ਭਇਓ ਰਾਵ ਕਹੀ ਭੂਪਾ। ਕਿਤੇ ਉਹ ਵਾਹਿਗੁਰੂ ਗਰੀਬ ਬਣਿਆ ਹੈ, ਕਿਤੇ ਉਹ ਵਾਹਿਗੁਰੂ ਰਾਜਾ ਬਣ ਕੇ ਬੈਠਾ। ਸਾਰਿਆਂ ਦੇ ਵਿੱਚ ਉਹ ਵਾਹਿਗੁਰੂ ਹੀ ਆ। ਸਭਾ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਂਟੀ ਭਾਜਨ ਹੈ ਬਹੁ ਨਾਨਾ ਰੇ। ਅਸਤਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ ਔਰ ਤਜਹੁ ਸਭ ਆਸਾ ਰੇ। ਪ੍ਰਣਵੈ ਨਾਮਾ ਭੈ ਨਿਹਕਾਮਾ ਕੋ ਠਾਕੁਰ ਕੋ ਦਾਸਾ ਰੇ। ਕੋਈ ਤਾਂ ਮਾਲਕ ਬਣਿਆ, ਕੋਈ ਨੌਕਰ ਬਣਿਆ ਹੋਇਆ ਹੈ ਤਾਂ ਸਾਰੇ ਉਹੀ ਹੈ। ਜਿਹੜਾ ਮਾਲਕ ਆ ਉਹਦੇ ਵਿੱਚ ਵੀ ਰੱਬ ਹੈ, ਜਿਹੜਾ ਉਹਦਾ ਨੌਕਰ ਬਣ ਕੇ ਨੌਕਰੀ ਕਰ ਰਿਹਾ ਉਹਦੇ ਵਿੱਚ ਵੀ ਰੱਬ ਹੈ। ਕਹਿੰਦੇ ਸਾਰੀ ਖੇਡ ਕਰਤੇ ਦੀ ਹੈ। ਕਿਤੇ ਉਹ ਰਾਜਾ ਬਣਿਆ ਹੈ, ਕਿਤੇ ਉਹ ਕੰਗਾਲ ਗਰੀਬ ਬਣਿਆ ਹੈ। ਅੰਡਜ ਜੀਰਜ ਸੇਤ ਜਕੀਨੀ। ਅੱਗੇ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਕਰਦੇ ਵੀ ਕਿੰਨਾ ਤਰੀਕਿਆਂ ਨਾਲ ਹੋਈ। ਅੰਡਜ ਜੀਰਜ ਸੇਤ ਜਕੀਨੀ, ਚਾਰ ਖਾਣੀਆਂ ਵਾਹਿਗੁਰੂ ਨੇ ਪੈਦਾ ਕੀਤੀਆਂ। ਅੰਡਜ ਦਾ ਅਰਥ ਹੁੰਦਾ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ। ਆਂਡਿਆਂ ਤੋਂ ਜੀਵ ਪੈਦਾ ਹੁੰਦੇ, ਉਹ ਵੀ ਪਰਮੇਸ਼ਰ ਨੇ ਪੈਦਾ ਕੀਤੇ। ਜੇਰਜ ਦਾ ਅਰਥ ਹੁੰਦਾ ਜੇਰ ਤੋਂ ਪੈਦਾ ਹੋਣ ਵਾਲੇ, ਜਿਵੇਂ ਪਸ਼ੂ ਹੈ, ਮਨੁੱਖ ਹੈ, ਇਹ ਜੇਰ ਤੋਂ ਪੈਦਾ ਹੋਣ ਵਾਲੇ ਜੀਵ ਮੰਨੇ ਗਏ। ਸੇਤਜ ਦਾ ਅਰਥ ਹੁੰਦਾ ਮੁੜਕਾ। ਕਈ ਜੀਵ ਜਿਹੜੇ ਮੁੜਕੇ ਤੋਂ ਪੈਦਾ ਹੁੰਦੇ। ਜਦੋਂ ਤੁਹਾਨੂੰ ਪਸੀਨਾ ਆਉਂਦਾ ਹੈ
ਤੇ ਗੁਰੂ ਪਿਆਰ ਵਾਲਿਓ ਉਹ ਮੁੜਕੇ ਦੇ ਵਿੱਚੋਂ ਕਈ ਜੀਵ ਪੈਦਾ ਹੁੰਦੇ ਤੇ ਇਉਂ ਇਹ ਖਾਣੀਆਂ ਰਚੀਆਂ। ਅੱਗੇ ਚੌਥੀ ਖਾਣੀ ਬਾਰੇ ਦੱਸਦੇ ਹਨ। ਉਤ ਭੁਜ ਖਾਨ ਬਹੁਰ ਰਚ ਦੀਨੀ। ਕਹਿੰਦੇ ਫਿਰ ਉਤ ਭੁਜ ਖਾਣੀ ਰਚ ਦੇਣਾ ਕੀਤੀ। ਚੌਥੀ ਉਤ ਭੁਜ ਜਿਹੜੀ ਧਰਤੀ ਨੂੰ ਪਾੜ ਕਰਕੇ ਨਿਕਲਣ ਵਾਲੇ ਸੋ ਜੀਵ, ਜਿਵੇਂ ਆ ਫਸਲਾਂ ਬੀਜਦੇ ਆ ਇਹ ਧਰਤੀ ਵਿੱਚੋਂ ਪੈਦਾ ਹੁੰਦੀਆਂ ਨੇ, ਧਰਤੀ ਵਿੱਚੋਂ ਪੈਦਾ ਹੋਣ ਵਾਲੇ ਜੀਵ। ਇਉਂ ਕਈ ਰੂਪ ਜੀਵਾਂ ਦੇ ਪਰਮੇਸ਼ਰ ਨੇ ਬਣਾਏ ਨੇ। ਇਹ ਚਾਰ ਖਾਣੀਆਂ ਰਚੀਆਂ, ਚਾਰ ਢੰਗ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ। ਕਹੂੰ ਫੂਲ ਰਾਜਾ ਹੈ ਬੈਠਾ। ਕਿੱਥੇ ਉਹ ਵਾਹਿਗੁਰੂ ਰਾਜਾ ਬਣ ਕਰਕੇ ਖੁਸ਼ ਹੋ ਕਰਕੇ ਬੈਠਾ ਹੈ। ਕਹੂੰ ਸਿਮਟ ਭਇਓ ਸ਼ੰਕਰ ਇਕੱਠਾ। ਕਿਤੇ ਉਹ ਵਾਹਿਗੁਰੂ ਸੋ ਗੁਰੂ ਪਿਆਰ ਵਾਲਿਓ ਇੰਦਰੀਆਂ ਨੂੰ ਸੰਕੋਚ ਕਰਕੇ ਜਿਵੇਂ ਸ਼ਿਵ ਜੀ ਬਹਿੰਦਾ ਨੇ ਸਮਾਧੀ ਲਾ ਕੇ ਸੰਨਿਆਸੀ ਬਣ ਕੇ ਬੈਠਾ ਹੋਇਆ ਹੈ। ਸਿਗਰੀ ਸਿੱਧ ਦਿਖਾਏ ਅਚੰਭਵ। ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ ਨਾ ਵਾਹਿਗੁਰੂ ਉਸਨੇ ਰਚ ਕਰਕੇ ਇਹ ਇੱਕ ਅਲੌਕਿਕ, ਇਹ ਹੈਰਾਨੀਜਨਕ ਅਚਰਜ ਕੌਤਕ ਦਿਖਾਇਆ ਹੈ। ਆਦਿ ਜੁਗਾਦ ਸਰੂਪ ਸੁਯੰ ਭਵ। ਇਹ ਆਦ ਪਹਿਲਾਂ ਤੋਂ ਲੈ ਕਰਕੇ ਜੁਗਾਦ, ਜਦੋਂ ਯੁੱਗ ਰਚੇ ਨੇ ਭਾਵ ਪਹਿਲਾਂ ਤੋਂ ਲੈ ਕਰਕੇ ਉਹ ਵਾਹਿਗੁਰੂ ਹੀ ਵਾਹਿਗੁਰੂ ਹੈ। ਜਦੋਂ ਯੁੱਗ ਪੈਦਾ ਹੋਏ ਉਦੋਂ ਵੀ ਉਹ ਵਾਹਿਗੁਰੂ ਹੈ। ਉਹਦਾ ਹੀ ਸਰੂਪ ਜਿਹੜਾ ਹੈ ਉਹ ਆਚਰਜ ਰੂਪ ਹੈ। ਅਬ ਰਚਾ ਮੇਰੀ ਤੁਮ ਕਰੋ। ਅੱਗੇ ਫਿਰ ਬੇਨਤੀ ਕਰਦੇ ਨੇ। ਕਿਵੇਂ ਬੇਨਤੀ ਕਰਨੀ ਵਾਹਿਗੁਰੂ ਅੱਗੇ? ਹੇ ਵਾਹਿਗੁਰੂ ਹੁਣ ਮੇਰੀ ਰੱਖਿਆ ਤੁਸੀਂ ਕਰਿਆ ਕਰੋ। ਸਿੱਖ ਉਬਾਰ ਅਸਿੱਖ ਸੰਗਰੋ। ਆਹ ਤੇ ਜਿਹੜੇ ਸਿੱਖ ਆ ਨਾ ਮੇਰੇ ਹੁਕਮ ਵਿੱਚ ਚੱਲਣ ਵਾਲੇ ਉਹਨਾਂ ਨੂੰ ਉਬਾਰ, ਉਬਾਰ ਦਾ ਅਰਥ ਹੁੰਦਾ ਬਚਾਓ, ਤੇ ਆ ਸਿੱਖ ਸੰਘਰੋ। ਆ ਸਿੱਖ ਐੜਾ ਨਾਲ ਲੱਗ ਗਿਆ, ਜਿਹੜੇ ਸਿੱਖ ਨਹੀਂ ਗੇ ਭਾਵ ਸਿੱਖਾਂ ਦੇ ਦੁਸ਼ਮਣ ਨੇ ਉਹਨਾਂ ਨੂੰ ਸੰਘਰੋ, ਨਾਸ ਕਰ ਦੇਣਾ ਕਰੋ। ਦੁਸ਼ਟ ਜਿਤੇ ਉਠਵਤ ਉਤਪਾਤਾ। ਜਿੰਨੇ ਵੀ ਮਹਾਰਾਜ ਦੁਸ਼ਟ ਨੇ, ਵੈਰੀ ਨੇ, ਰੋਜ਼ ਹੀ ਝਗੜੇ ਪੈਦਾ ਕਰਨ ਵਾਲੇ, ਉਪਦਰਵ ਕਰਨ ਵਾਲੇ, ਸਕਲ ਮਲੇਸ਼ ਕਰੋ ਰਣ ਘਾਤਾ। ਇਹ ਸਾਰੇ ਮਲੇਸ਼ ਬੁੱਧੀ ਵਾਲੇ ਰਣ ਦੇ ਵਿੱਚ ਹੀ ਨਾਸ ਕਰ ਦਿਓ। ਜੇ ਅਸ ਭੁਜ ਤਵ ਸਰਣੀ ਪਰੇ। ਜਿਹੜੇ ਜੀਵ ਹੇ ਕਿਰਪਾਨ ਧਾਰੀ ਵਾਹਿਗੁਰੂ ਪਰਮੇਸ਼ਰ ਜੀ ਤੁਹਾਡੀ ਸ਼ਰਨ ਵਿੱਚ ਆਏ ਹਨ, ਤਿਨਕੇ ਦੁਸ਼ਟ ਦੁਖਤ ਹੈ ਮਰੇ। ਇਹਨਾਂ ਜੀਵਾਂ ਦੇ ਸਾਰੇ ਹੀ ਤੁਸੀਂ ਬਾਹਰਲੇ ਵੈਰੀ, ਅੰਦਰੂਨੀ ਵੈਰੀ, ਦੁੱਖ ਸਾਰੇ ਦੂਰ ਕਰ ਦਿੱਤੇ। ਪੁਰਖ ਜਵਨ ਪਗ ਪਰੇ ਤਿਹਾਰੇ। ਜਿਹੜੇ ਪੁਰਖ, ਜਿਹੜੇ ਜੀਵ ਤੁਹਾਡੇ ਚਰਨਾਂ ਵਿੱਚ ਆਏ ਨੇ। ਪੱਗ ਦਾ ਅਰਥ ਹੁੰਦਾ ਚਰਨ, ਤੇ ਜੇ ਆਪਾਂ ਇਹਨੂੰ ਪੱਗ ਪੜਾਂਗੇ ਤੇ ਪੱਗ ਸਿਰ ਤੇ ਬੰਨਣ ਵਾਲੀ ਹੁੰਦੀ ਹੈ। ਇਹ ਵੇਖਣਾ ਪੈਂਦਾ। ਪੱਗ ਤੇ ਪੱਗ ਦੋ ਸ਼ਬਦ ਵੱਖਰੇ ਵੱਖਰੇ ਆਉਂਦੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਪੜ੍ਹਦੇ ਫਰੀਦਾ ਮੈਂ ਭੁਲਾਵਾ ਪੱਗ ਦਾ, ਉੱਥੇ ਪੱਗ ਸ਼ਬਦ ਆਉਂਦਾ ਹੈ, ਧਿਆਨ ਦੇਣਾ। ਪੱਗ ਦਾ ਅਰਥ ਹੈ ਚਰਨ। ਜਿਹੜੇ ਜੀਵ ਤੁਹਾਡੇ ਚਰਨਾਂ ਵਿੱਚ ਆਏ ਹਨ, ਜਿਨਕੇ ਤੁਮ ਸੰਕਟ ਸਭ ਟਾਰੇ। ਇਹਨਾਂ ਦੇ ਤੁਸੀਂ ਸਾਰੇ ਦੁੱਖ ਟਾਲ ਦਿੱਤੇ, ਦੂਰ ਕਰ ਦਿੱਤੇ। ਜੋ ਕਲ ਕੋ ਇੱਕ ਵਾਰ ਧਿਆ ਹੈ। ਇਹ ਕਲ ਨਾਮ ਸੁੰਦਰ ਦਾ ਹੁੰਦਾ। ਸੁੰਦਰ ਤੋਂ ਭਾਵ ਪਰਮੇਸ਼ਰ, ਅਕਾਲ ਪੁਰਖ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਲਿਖਿਆ ਮੇਰੋ ਸੁੰਦਰ ਕਹੋ ਮਿਲਾ ਕਿਤ ਗਲੀ। ਕਿਹੜੇ ਰਸਤੇ ਮਿਲੇਗਾ ਮੇਰਾ ਉਹ ਸੁੰਦਰ ਪਰਮੇਸ਼ਰ? ਸੋ ਜਿਹੜੇ ਇੱਕ ਵਾਰ ਵੀ ਅਕਾਲ ਪੁਰਖ ਨੂੰ ਧਿਆਉਣਗੇ ਤਾਂ ਕਿ ਕਾਲ ਨਿਕਟ ਨਹਿ ਹੈ। ਮਾਰੇ ਕਹਿੰਦੇ ਉਹਨਾਂ ਦੇ ਮੌਤ ਨੇੜੇ ਨਹੀਂ ਆਵੇਗੀ, ਉਹਨਾਂ ਦੇ ਕੋਲ ਮੌਤ ਦਾ ਭੈ ਨਹੀਂ ਆਵੇਗਾ। ਏਕ ਚਿਤ ਜਿਨ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨ ਆਇਓ। ਰੱਛਾ ਹੋਏ ਤਾਹੀ ਸਭ ਕਾਲਾ। ਤੇ ਜਿਹੜੇ ਧਿਆਉਂਦੇ ਨੇ ਉਹਨਾਂ ਦੀ ਹਰ ਸਮੇਂ ਰੱਖਿਆ ਹੋਵੇਗੀ। ਦੁਸ਼ਟ ਅਰਿਸ਼ਟ ਡਰੈ ਤਤਕਾਲਾ। ਤੇ ਜਿਹੜੇ ਬਾਹਰਲੇ ਵੈਰੀ, ਅੰਦਰੂਨੀ ਵੈਰੀ, ਜਿਹੜੇ ਅਪਦਰ ਪੈਦਾ ਕਰਨ ਵਾਲੇ, ਦੁੱਖ ਦੇਣ ਵਾਲੇ, ਉਹ ਸਾਰੇ ਛੇਤੀ ਨਾਲ ਟਲ ਜਾਣਗੇ, ਨੇੜੇ ਨਹੀਂ ਆਉਣਗੇ। ਕਿਰਪਾ ਦ੍ਰਿਟ ਤਨ ਜਾਹੇ ਨਿਹਰ ਹੋ। ਤੇ ਕਿਰਪਾ ਭਰੀ ਨਿਗਾਹ ਤਨ ਤਿੰਨ ਜਿਨ੍ਹਾਂ ਦੇ ਉੱਪਰ ਵੀ ਤੁਸੀਂ ਪਾ ਦਿੰਦੇ ਹੋ। ਨਿਹਰ ਹੋ ਦਾ ਅਰਥ ਹੁੰਦਾ ਵੇਖਣਾ। ਜਿਨ੍ਹਾਂ ਨੂੰ ਵੀ ਤੁਸੀਂ ਕਿਰਪਾ ਭਰੀ ਦ੍ਰਿਸ਼ਟੀ ਨਾਲ ਇੱਕ ਵਾਰ ਵੇਖ ਲੈਂਦੇ ਹੋ। ਤਾਂ ਕਿ ਤਾਪ ਤਨਕ ਮਹਿ ਹਰ ਹੋ। ਤਾਂ ਕਿ ਤਿਸ ਦੇ ਜਿਹੜੇ ਤਾਪ ਹਨ, ਤਿੰਨ ਤਾਪ ਮੰਨੇ ਗਏ, ਆਦੀ ਵਿਆਦੀ ਉਪਾਦੀ, ਉਹ ਤਨਕ ਥੋੜੇ ਸਮੇਂ ਦੇ ਵਿੱਚ ਹਰ ਹੋ, ਨਾਸ ਕਰ ਦਿੰਦੇ ਹੋ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਵਿਗਣ ਨ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਤਿੰਨ ਤਾਪ ਹੁੰਦੇ ਨੇ। ਸੋ ਆਦੀ ਮਨ ਦੇ ਦੁੱਖ, ਵਿਆਦੀ ਸਰੀਰਕ ਦੁੱਖ ਸਿੱਧਾ ਅਰਥ ਕਰ ਲਈਏ, ਤੇ ਉਪਾਦੀ ਹੁੰਦੇ ਜਿਹੜੇ ਉੱਤੋਂ ਕੋਈ ਕੇਸ ਪੈ ਜਾਣਾ, ਕੋਈ ਐਕਸੀਡੈਂਟ ਹੋ ਜਾਣਾ। ਸੋ ਇਹ ਤਿੰਨ ਤਰ੍ਹਾਂ ਦੇ ਦੁੱਖ ਜਿਹੜੇ ਉਹਨਾਂ ਦੇ ਨਾਸ ਹੋ ਜਾਂਦੇ ਹਨ। ਰਿੱਧ ਸਿੱਧ ਘਰ ਮੋਹ ਸਭ ਹੋਈ। ਜਿਹੜੇ ਵਾਹਿਗੁਰੂ ਤੁਹਾਨੂੰ ਦਿਖਾਉਂਦੇ ਨੇ ਉਹਨਾਂ ਦੇ ਘਰ ਵਿੱਚ ਨੌ ਰਿੱਧੀਆਂ ਤੇ ਸਾਰੀਆਂ ਸਿੱਧੀਆਂ ਰਿੱਧੀਆਂ ਆ ਜਾਂਦੀਆਂ ਹਨ। ਦੁਸ਼ਟ ਸਾਹ ਸਕੇ ਨਾ ਕੋਈ। ਏਕ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਾਏ। ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਤੇ ਦੁਸ਼ਟ ਸ਼ਾਹ
ਛੁਆ ਸਕੈ ਨਾ ਕੋਈ। ਜਿਹੜੇ ਦੁਸ਼ਟ ਲੋਕ ਨੇ ਉਹਨਾਂ ਦੀ ਸ਼ਾਨ ਨੂੰ ਵੀ ਨਹੀਂ ਛੋਹ ਸਕਦੇ, ਉਹਨਾਂ ਨੂੰ ਤੇ ਹੱਥ ਪਾਉਣਾ ਹੀ ਕੀ ਹੈ। ਜਿਹੜੇ ਰੱਬ ਨੂੰ ਧਿਆਉਂਦੇ ਨਾ, ਰੱਬ ਦੇ ਪਿਆਰੇ, ਉਹਨਾਂ ਦੀ ਸ਼ਾਨ ਨੂੰ ਵੀ ਨਹੀਂ ਛੋਹ ਸਕਦੇ ਜਿਹੜੇ ਰੱਬ ਨੂੰ ਧਿਆਉਂਦੇ ਹਨ। ਏਕ ਬਾਰ ਜਿਨ ਤੁਮੈ ਸੰਭਾਲਾ, ਇੱਕ ਵਾਰ ਵੀ ਜਿਨ੍ਹਾਂ ਨੇ ਤੁਹਾਨੂੰ ਸੰਭਾਲਿਆ, ਚੇਤੇ ਕੀਤਾ, ਯਾਦ ਕੀਤਾ, ਕਾਲ ਫਾਸਤੇ ਤਾਹੇ ਕਿ ਉਬਾਰਾ। ਕਾਲ ਦੀ ਮੌਤ ਦੀ ਫਾਹੀ ਤੋਂ ਤਿਸ ਨੂੰ ਤੁਸੀਂ ਬਚਾ ਲਿਆ ਹੈ। ਜਿਨ ਨਰ ਨਾਮ ਤਿਹਾਰੋ ਕਹਾ, ਜਿਨ੍ਹਾਂ ਨਰਾਂ ਮਨੁੱਖਾਂ ਨੇ, ਜੀਵਾਂ ਨੇ ਤੁਹਾਡਾ ਨਾਮ ਕਹਿਆ, ਜਪਿਆ ਹੈ। ਦਰਦ ਦੁਸ਼ਟ ਦੁਖ ਤੇ ਰਹਾ, ਉਹ ਦਲਿੱਦਰ ਤੋਂ, ਵੈਰੀਆਂ ਤੋਂ, ਦੋਖਾਂ ਔਗਣਾਂ ਤੋਂ ਰਹਾ ਰਹਿ ਗਏ। ਭਾਵ ਉਹਨਾਂ ਦੇ ਘਰੋਂ ਦਲਿੱਦਰ ਖਤਮ ਹੋ ਗਿਆ, ਵੈਰੀ ਦੂਰ ਹੋ ਗਏ, ਸੋ ਔਗਣਾਂ ਤੋਂ ਰਹਿਤ ਹੋ ਗਏ। ਖੜਗ ਕੇਤ ਮੈਂ ਸਰਣ ਤਿਹਾਰੇ, ਖੜਗ ਦਾ ਅਰਥ ਦਾ ਤੇਗ, ਕੇਤ ਦਾ ਅਰਥ ਨਿਸ਼ਾਨ। ਇਹ ਸ੍ਰੀ ਸਾਹਿਬ ਦੇ ਨਿਸ਼ਾਨ ਵਾਲੇ ਪਰਮੇਸ਼ਰ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਆਪ ਹਾਥ ਦੇ ਲਿਹੋ ਉਬਾਰੇ, ਇਹ ਆਪ ਜੀ ਹੱਥ ਦੇ ਕਰਕੇ ਮੈਨੂੰ ਬਚਾ ਲਓ। ਸਰਬ ਠੌਰ ਮੋਹ ਸਹਾਈ, ਸਰਬ ਸਾਰੇ ਤੇ ਠੌਰ ਥਾਂ, ਸਾਰੇ ਥਾਵਾਂ ਤੇ ਮੇਰੇ ਸਹਾਇਕ ਬਣੋ, ਸਹਾਇਤਾ ਕਰੋ। ਦੁਸ਼ਟ ਦੁਖ ਤੇ ਲਿਹੋ ਬਚਾਈ, ਇਹ ਦੁਸ਼ਟ ਵੈਰੀ ਨੇ, ਦੋਖ ਔਗਣ ਨੇ, ਇਹਨਾਂ ਤੋਂ ਬਚਾ ਲਓ। ਮਹਾਰਾਜ ਆਪਣੇ ਆਪ ਨਹੀਂ ਬਚਿਆ ਜਾ ਸਕਦਾ, ਤੁਸੀਂ ਬਚਾ ਲੈਣਾ ਕਰੋ। ਕਿਰਪਾ ਕਰੀ ਹਮ ਪਰ ਜਗ ਮਾਤਾ, ਅਤੇ ਅੱਗੇ ਪਾਤਸ਼ਾਹ ਜੀ ਦੱਸਦੇ ਨੇ ਵੀ ਇਹ ਗ੍ਰੰਥ ਸੰਪੂਰਨ ਕਿਵੇਂ ਹੋਇਆ। ਕਿਰਪਾ ਕਰੀ ਹਮ ਪਰ ਜਗ ਮਾਤਾ, ਜਗਤ ਦੇ ਮਾਤਾ ਸਰੂਪ ਵਾਹਿਗੁਰੂ, ਕਿਉਂਕਿ ਉਹ ਸਾਡਾ ਪਿਤਾ ਵੀ ਹੈ ਤੇ ਸਾਡੀ ਮਾਂ ਵੀ ਹੈ। ਕਈ ਇੱਥੇ ਆ ਕਰਕੇ ਚੌਪਈਸਾ ਵੀ ਛੱਡ ਦਿੰਦੇ ਜੀ, ਇੱਥੇ ਮਾਤਾ ਲਿਖਿਆ ਤੇ ਗੁਰਬਾਣੀ 'ਚ ਵੀ ਲਿਖਿਆ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉੱਥੇ ਕੀ ਕਰੋਗੇ? ਧਿਆਨ ਦੇਣਾ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਸਮਝਿਆ ਕਰੋ ਪਹਿਲਾਂ। ਸੋ ਸਾਰਿਆਂ ਨੂੰ ਪੈਦਾ ਕਰਨ ਵਾਲਾ, ਇਸ ਕਰਕੇ ਪੈਦਾ ਮਾਂ ਕਰਦੀ ਹੈ, ਤਾਂ ਕਰਕੇ ਉਹਨੂੰ ਮਾਤਾ ਵੀ ਕਿਹਾ ਜਾਂਦਾ। ਪਾਲਦਾ ਹੈ, ਪਾਲਦਾ ਕੌਣ ਹੈ? ਸੋ ਪਿਓ, ਇਸ ਕਰਕੇ ਉਹਨੂੰ ਪਿਤਾ ਵੀ ਕਿਹਾ ਜਾਂਦਾ ਹੈ। ਦੋਵੇਂ ਰੂਪ ਨੇ ਉਹਦੇ, ਉਹ ਸਾਡੀ ਮਾਂ ਵੀ ਹੈ ਤੇ ਸਾਡਾ ਬਾਪ ਵੀ ਹੈ। ਇਸ ਕਰਕੇ ਇੱਥੇ ਕਿਰਪਾ ਕਰੀ ਹਮ ਪਰ ਜਗ ਮਾਤਾ, ਸਾਰੇ ਜਗਤ ਦੇ ਨਿਮਿਤ ਕਾਰਨ, ਭਾਵ ਕਿ ਪੈਦਾ ਕਰਨ ਵਾਲੇ ਮਾਤਾ ਸਰੂਪ ਵਾਹਿਗੁਰੂ ਨੇ ਕਿਰਪਾ ਕੀਤੀ। ਗ੍ਰੰਥ ਕਰਾ ਪੂਰਨ ਸੁਭਰਾਤਾ, ਕਹਿੰਦੇ ਇਹ ਜਿਹੜਾ ਗ੍ਰੰਥ ਸੀ ਨਾ ਸ਼ੁਭ, ਅਸੀਂ ਉਦੋਂ ਪ੍ਰੇਮ ਦੇ ਨਾਲ ਪੂਰਾ ਕੀਤਾ ਹੈ। ਕਿਲ ਵਿਖ ਸਕਲ ਦੇਹ ਕੋ ਹਰਤਾ, ਉਹ ਸਾਰੇ ਸਰੀਰ ਦੇ ਕਿਲ ਨਿਸ਼ਚੇ ਕਰਕੇ ਵੇਖ ਵਰਗੇ ਯੋ, ਜਿਹੜੇ ਵਿਉ ਵਰਗੇ, ਜ਼ਹਿਰ ਵਰਗੇ ਪਾਪ ਨੇ, ਉਹਨਾਂ ਨੂੰ ਕਾਟਣ ਵਾਲਾ ਹੈ, ਨਾਸ ਕਰਤਾ ਹੈ। ਦੁਸ਼ਟ ਦੋਖੀਨ ਕੋ ਸ਼ਹਿ ਕਰਤਾ, ਜਿਹੜੇ ਦੁਸ਼ਟ ਨੇ ਨਾ, ਵੈਰੀ, ਦੋਖੀਨ, ਔਗਣ, ਉਹਨਾਂ ਸਾਰਿਆਂ ਨੂੰ ਸ਼ੈ ਦਾ ਅਰਥ ਦਾ ਨਾਸ ਕਰਨ ਵਾਲਾ ਹੈ। ਸ੍ਰੀ ਅਸਤੁਲ ਜਬ ਭਏ ਦਇਆਲਾ, ਸ੍ਰੀ ਸ਼੍ਰੋਮਣੀ ਅਸਤੁਜ, ਕਿਰਪਾਨ ਦੇ ਨਿਸ਼ਾਨ ਵਾਲੇ ਵਾਹਿਗੁਰੂ ਜਦੋਂ ਦਇਆ ਦੇ ਘਰ ਵਿੱਚ ਆਏ। ਪੂਰਨ ਕਰਾ ਗ੍ਰੰਥ ਤਤਕਾਲਾ, ਪਾਤਸ਼ਾਹ ਕਹਿੰਦੇ ਉਦੋਂ ਇਹ ਗ੍ਰੰਥ ਅਸੀਂ ਪੂਰਨ ਕੀਤਾ ਹੈ। ਮਨ ਵਾਂਛਿਤ ਫਲ ਪਾਵੈ ਤੇ ਸੋਈ, ਮਨ ਇੱਛਤ ਫਲ ਉਹ ਜੀਵ ਪਾਵੇਗਾ। ਦੁਖ ਨ ਤਿਸੈ ਬਿਆਪਤ ਕੋਈ, ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਚੰਬੜੇਗਾ ਜਿਹੜਾ ਇਸ ਪਾਵਨ ਬਾਣੀ ਨੂੰ ਪੜ੍ਹੇਗਾ। ਉਹਦੇ ਨੇੜੇ ਦੁੱਖ ਨਹੀਂ ਆਉਣਗੇ ਤੇ ਉਹਨੂੰ ਸਾਰੇ ਫਲ ਪ੍ਰਾਪਤ ਹੋਣਗੇ। ਅੜੇਲ ਸੁਨੈ ਗੋਂਗ ਜੋ ਜਾਹੇ ਸੋ ਰਸਨਾ ਪਾਵਈ, ਅੱਗੇ ਅੜਿਲ ਛੰਦ ਦਾ ਨਾਂ ਹੈ ਤੇ ਅੜਿਲ ਦੇ ਰਾਹੀਂ ਇਸ ਬਾਣੀ ਦੀ ਮਹਾਨਤਾ ਦੱਸ ਰਹੇ ਨੇ ਕਿ ਪੜ੍ਹਨ ਵਾਲੇ ਨੂੰ ਕੀ ਲਾਭ ਹੁੰਦਾ। ਧਿਆਨ ਦੇਣ ਵਾਲੇ ਬਚਨ ਹੈ ਕਿ ਚੌਪਈ ਸਾਹਿਬ ਪੜ੍ਹਨ ਵਾਲੇ ਨੂੰ ਕੀ ਕੀ ਮਿਲਦਾ ਹੈ। ਅੱਗੇ ਉਹ ਦੱਸ ਰਹੇ ਨੇ, ਸੁਣੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ। ਜਿਹੜਾ ਕਹਿੰਦੇ ਗੂੰਗਾ ਨਾ, ਗੂੰਗਾ ਬੋਲ ਨਹੀਂ ਸਕਦਾ, ਜਿਹਦੀ ਜ਼ਬਾਨ ਨਹੀਂ ਚੱਲਦੀ, ਜੇ ਕਹਿੰਦੇ ਉਹ ਭਾਵਨਾ ਦੇ ਨਾਲ ਇਸ ਬਾਣੀ ਨੂੰ ਸੁਣ ਲਵੇ ਤੇ ਉਹਨੂੰ ਜ਼ਬਾਨ ਮਿਲ ਜਾਵੇਗੀ, ਉਹ ਬੋਲਣ ਲੱਗ ਪਵੇਗਾ। ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਅੱਗੇ ਜਿਹੜਾ ਮੂਰਖ ਨੇ, ਜਿਹਨੂੰ ਸੋਝੀ ਕੋਈ ਨਹੀਂ, ਗੱਲਬਾਤ ਕਰਨੀ ਨਹੀਂ ਆਉਂਦੀ, ਕਹਿੰਦੇ ਜੇ ਕਿਤੇ ਉਹ ਮੂਰਖ ਵੀ ਚਿੱਤ ਲਾ ਕੇ ਇਸ ਬਾਣੀ ਨੂੰ ਸੁਣ ਲਵੇ ਤੇ ਉਹਨੂੰ ਚਤੁਰਾਈ ਮਿਲ ਜਾਵੇਗੀ, ਉਹਨੂੰ ਸਿਆਣਪ ਮਿਲ ਜਾਵੇਗੀ, ਉਹ ਗੱਲਬਾਤ ਸੋਹਣੇ ਢੰਗ ਨਾਲ ਕਰ ਸਕਦਾ ਹੈ, ਉਹਦਾ ਜੀਵਨ ਸੋਹਣਾ ਬਣ ਜਾਵੇਗਾ। ਦੁਖ ਦਰਦ ਭਉ ਨਿਕ ਨਾ ਤਿਨ ਨਰਕੇ ਰਹੈ, ਦੁੱਖ ਦਰਦ ਭਉ ਡਰ ਨਿਕਟ ਨਾ ਤਿਨ ਨਰਕੇ ਰਹਿ, ਤਿਸ ਮਨੁੱਖ ਦੇ ਨੇੜੇ ਨਹੀਂ ਰਹਿਣਗੇ। ਕਿਹੜੇ ਦੇ? ਹੋ ਜੋ ਜਾਕੀ ਇੱਕ ਬਾਰ ਚੌਪਈ ਕੋ ਕਹੈ, ਨੇ ਜਿਹੜੇ ਇੱਕ ਵਾਰ ਇਸ ਕਵੀ ਦੀ ਰਚਨਾ, ਭਾਵ ਆਪਣੇ ਆਪ ਨੂੰ ਮਹਾਰਾਜ ਨੇ ਕਵੀ ਕਿਹਾ ਹੈ, ਇਸ ਪਾਵਨ ਬਾਣੀ ਨੂੰ ਇੱਕ ਵਾਰ ਵੀ ਕੋਈ ਪੜ੍ਹ ਲਵੇਗਾ ਨਾ ਪ੍ਰੇਮ ਦੇ ਨਾਲ, ਉਹਦੇ ਨੇੜੇ ਕੋਈ ਦੁੱਖ ਨਹੀਂ ਰਹੇਗਾ, ਉਹਦੇ ਨੇੜੇ ਕੋਈ ਦਰਦ ਨਹੀਂ ਰਹੇਗਾ, ਕਿਸੇ ਤਰ੍ਹਾਂ ਦਾ ਭੈ ਉਹਦੇ ਨੇੜੇ ਨਹੀਂ ਰਹੇਗਾ। ਚੌਪਈ ਸੰਬਤ 17 ਸਸ ਪਨੀਜੈ, ਅੱਗੇ ਚੌਪਈ ਸਾਹਿਬ ਦਾ ਰਚਨਾ ਕਾਲ ਦੱਸਦੇ ਨੇ ਵੀ ਕਦੋਂ ਰਚੀ ਗਈ।
ਕਹਿੰਦੇ ਸੰਮਤ 17 ਦਾ ਅਰਥ 17, ਸਹਿਸ ਦਾ ਅਰਥ 100, ਸੰਮਤ 1700 ਤੇ ਕਹੀਜੈ ਦਾ ਅਰਥ ਕਹੀ ਦਾ ਆਖੀ ਦਾ ਹੈ। ਅਰਧ ਸਹਿਸ ਗੁਣ ਤੀਨ ਕਹੀਜੈ। ਅਤੇ ਉਹਦੇ ਉੱਪਰ ਅਰਧ ਸਹਿਸ ਅੱਧਾ 100, 50 ਉੱਪਰ ਤੇ ਹੁਣ 3 ਕਹੀਜੈ। ਹੁਣ ਦਾ ਅਰਥ ਫਿਰ, 3 ਦਾ ਅਰਥ 3, 3 ਹੋਰ ਕਹੋ। 50 ਤੇ 3 53, 1753 ਸੰਮਤ ਹੋਇਆ। ਭਾਦਰਵ ਸੁਦੇ ਅਸ਼ਟਮੀ ਰਵਿਵਾਰਾ। ਇਹ ਭਾਦਰੋਂ ਸੁਦੀ ਸੀ ਕਿੰਨਵੀਂ ਅਸ਼ਟਮੀ, 8ਵੀਂ ਭਾਵ ਭਾਦਰੋਂ ਦੀ ਮੱਸਿਆ ਤੋਂ 8 ਦਿਨ ਬਾਅਦ ਤੇ ਰਵਿਵਾਰਾ ਐਤਵਾਰ ਦਾ ਦਿਨ ਸੀ। ਤੀਰ ਸਤੁਦਰਵ ਗ੍ਰੰਥ ਸੁਧਾਰਾ। ਤੇ ਤੀਰ ਕੰਢੇ ਤੇ ਸਤੁਦਰਵ ਸਤਲੁਜ ਦਰਿਆ ਦੇ ਕੰਢੇ ਤੇ ਭਾਖੜਾ ਡੈਮ ਦੇ ਕੋਲ ਨੰਗਲ ਸ਼ਹਿਰ ਦੇ ਨਜ਼ਦੀਕ ਜਿੱਥੇ ਗੁਰਦੁਆਰਾ ਵਿਭੌਰ ਸਾਹਿਬ ਬਣਿਆ ਹੋਇਆ, ਉੱਥੇ ਮਹਾਰਾਜ ਕਹਿੰਦੇ ਇਹ ਜਿਹੜਾ ਗ੍ਰੰਥ ਹੈ ਅਸੀਂ ਸੁਧਾਰਾ ਬਣਾਇਆ, ਭਾਵ ਲਿਖਿਆ ਹੈ, ਇਹ ਬਾਣੀ ਲਿਖੀ ਹੈ। ਸਵਈਆ ਪਾਈ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਅੱਗੇ ਸਵਈਆ ਉਚਾਰਨ ਕਰਦੇ ਨੇ ਤੇ ਪਾਤਸ਼ਾਹ ਸਾਨੂੰ ਵੀ ਸਮਝਾਉਂਦੇ ਨੇ ਤੇ ਆਪਣੀ ਦ੍ਰਿੜਤਾ ਵੀ ਦੱਸਦੇ ਨੇ ਵੀ ਅਸੀਂ ਇੱਕ ਦੇ ਪੁਜਾਰੀ ਹਾਂ। ਪਾਏ ਗਹੇ ਜਬ ਤੇ ਤੁਮਰੇ, ਪਾਏ ਦਾ ਅਰਥ ਹੈ ਪੈਰ, ਚਰਨ। ਹੇ ਵਾਹਿਗੁਰੂ ਜਦੋਂ ਦੇ ਤੁਹਾਡੇ ਚਰਨ ਪਕੜੇ ਨੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਤਦੋਂ ਤੋਂ ਕਿਸੇ ਹੋਰ ਨੂੰ ਅਸੀਂ ਅੱਖ ਥੱਲੇ ਵੀ ਨਹੀਂ ਲਿਆਂਦਾ। ਮੰਨਣਾ ਤੇ ਬੜੀ ਦੂਰ ਦੀ ਗੱਲ ਸੀ, ਕਿਸੇ ਨੂੰ ਅੱਖ ਥੱਲੇ ਵੀ ਨਹੀਂ ਲਿਆਂਦਾ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਰਾਮ ਹਿੰਦੂਆਂ ਦਾ ਰਹਿਬਰ ਹੋਇਆ ਹੈ, ਰਹੀਮ ਮੁਸਲਮਾਨਾਂ ਦੇ ਪੈਗੰਬਰਾਂ ਦੇ ਵਿੱਚੋਂ ਹੋਇਆ ਹੈ। ਕਹਿੰਦੇ ਉਹ ਅਨੇਕਾਂ ਤਰ੍ਹਾਂ ਦੇ ਮਤ ਵਿਖਿਆਨ ਕਰਦੇ ਨੇ, ਬੜੇ ਤਰ੍ਹਾਂ ਦੀ ਉਹਨਾਂ ਮਤ ਚਲਾਈ ਹੈ, ਪਰ ਅਸੀਂ ਉਹਨਾਂ ਦੇ ਵਿੱਚੋਂ ਇੱਕ ਦੀ ਨਹੀਂ ਮੰਨੀ। ਕਿਸੇ ਦੀ ਗੱਲ ਅਸੀਂ ਮੰਨਣੀ ਨਹੀਂ ਕੀਤੀ, ਕਿਸੇ ਨੂੰ ਧਾਰਨ ਨਹੀਂ ਕੀਤਾ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। 27 ਸਿਮਰਤੀਆਂ, 4 ਵੇਦ, ਇਹ ਸਾਰੇ ਹੀ ਬਹੁਤ ਤਰ੍ਹਾਂ ਦੇ ਭੇਦ ਕਹਿੰਦੇ ਨੇ। ਸਮਾਂ ਨਹੀਂ ਵਿਸਥਾਰ ਵੱਲ ਜਾਵਾਂ, ਸੋ ਇਹ ਕਈ ਤਰ੍ਹਾਂ ਦੀ ਉਪਾਸਨਾ ਦਾ ਜ਼ਿਕਰ ਕਰਦੇ ਨੇ, ਆਪਸ ਵਿਰੋਧੀ ਵੀ ਨੇ, ਬੜੇ ਤਰ੍ਹਾਂ ਦੇ ਭੇਦ ਕਹਿੰਦੇ ਨੇ, ਪਰ ਪਾਤਸ਼ਾਹ ਕਹਿੰਦੇ ਅਸੀਂ ਇੱਕ ਨੂੰ ਨਹੀਂ ਜਾਣਿਆ, ਅਸੀਂ ਇੱਧਰ ਗਏ ਨਹੀਂ। ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਸ੍ਰੀ ਸ਼੍ਰੋਮਣੀ ਅਸਪਾਨ ਕਿਰਪਾਨ ਧਾਰੀ, ਕਿਰਪਾਨ ਦੇ ਨਿਸ਼ਾਨ ਵਾਲੇ, हे ਵਾਹਿਗੁਰੂ ਜੀ ਤੁਹਾਡੀ ਕਿਰਪਾ ਕਰਕੇ ਮੈਂ ਨਾ ਕਹਿਓ, ਇਹ ਜੋ ਕੁਝ ਮੈਂ ਸੁਣਾ ਰਿਹਾ ਮੈਂ ਨਹੀਂ ਕਿਹਾ, ਸਭ ਤੋਹੇ ਬਖਾਨਿਓ, ਇਹ ਸਭ ਤੁਸੀਂ ਹੀ ਕਹਿ ਰਹੇ ਹੋ, ਮੈਂ ਤੇ ਕੇਵਲ ਤੁਹਾਡਾ ਸੇਵਕ ਹਾਂ। ਦੋਹਰਾ ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ। ਇਹ ਅਖੀਰਲੇ ਬਚਨ ਪਾਤਸ਼ਾਹ ਕਿਰਪਾ ਕਰਦੇ ਨੇ ਦੋਹਰੇ ਦੇ ਰਾਹੀਂ ਸਗਲ ਦਵਾਰ ਕੋ, ਇਹ ਸਾਰੇ ਜਿਹੜੇ ਦਰ ਸੀ, ਦੇਵੀ ਦੇਵਤੇ, ਮੜੀਆਂ ਮਸਾਣਾ ਕਿੰਨੇ ਕੁ ਗਿਣੀਏ, ਸਾਰੇ ਦਰਾਂ ਨੂੰ ਛੱਡ ਕਰਕੇ ਤੇ ਗਹਿਓ ਤੁਹਾਰੋ ਦਵਾਰ, ਤੁਹਾਡਾ ਦਰ ਪਕੜਿਆ ਹੈ। ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਤੇ ਬਾਹੇ ਗਹੇ ਕੀ, ਬਾਹ ਫੜੀ ਦੀ ਲਾਜ ਅਸ, ਅਸ ਦਾ ਅਰਥ ਕੀ ਹੁੰਦਾ ਹੈ? ਅਸ ਦਾ ਅਰਥ ਹੈ ਵੀ ਸਾਡੀ ਬਾਹ ਫੜੀ ਦੀ ਲਾਜ ਤੁਹਾਨੂੰ ਹੈ। ਗੋਬਿੰਦ ਦਾਸ ਤੁਹਾਰ, ਇਹ ਗੋਬਿੰਦ ਰਾਏ ਤੇ ਤੁਹਾਡਾ ਦਾਸ ਹੈ, ਸੇਵਕ ਹੈ। ਇਥੋਂ ਇਹ ਵੀ ਸਿੱਧ ਹੋਇਆ ਵੀ ਕਲਗੀਧਰ ਪਾਤਸ਼ਾਹ ਨੇ ਇਹ ਬਾਣੀ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਉਚਾਰਨ ਕੀਤੀ ਹੈ। ਜੇ ਬਾਅਦ ਵਿੱਚ ਉਚਾਰਨ ਕੀਤੀ ਹੁੰਦੀ ਤੇ ਫਿਰ ਗੁਰਮੁਖੋ ਗੋਬਿੰਦ ਸਿੰਘ ਸ਼ਬਦ ਆਉਣਾ ਸੀ। ਸੋ ਧਿਆਨ ਦੇਣਾ। ਤੇ ਜਿਹੜੀ ਸੰਮਤ ਵਿੱਚ ਲਿਖੀ ਉਹ ਵੀ 1753 ਸੰਮਤ ਹੈ, ਤੇ ਅੰਮ੍ਰਿਤ ਸੰਚਾਰ ਜਿਹੜਾ ਹੋਇਆ ਉਹ 1756 ਦੇ ਵਿੱਚ ਹੋਇਆ। ਇਹ 3 ਸਾਲ ਪਹਿਲਾਂ ਬਾਣੀ ਲਿਖੀ ਗਈ ਹੈ ਅੰਮ੍ਰਿਤ ਸੰਚਾਰ ਤੋਂ। ਤੇ ਗੁਰੂ ਪਿਆਰ ਵਾਲਿਓ ਅੰਮ੍ਰਿਤ ਸੰਚਾਰ ਦੀ ਚੌਥੀ ਬਾਣੀ ਹੈ ਤੇ ਨਿਤਨੇਮ ਦੀ ਵੀ ਚੌਥੀ ਬਾਣੀ ਹੈ। ਇਹਦੇ ਤੋਂ ਬਿਨਾਂ ਨਾ ਅੰਮ੍ਰਿਤ ਸੰਚਾਰ ਪੂਰਾ ਹੁੰਦਾ, ਨਾ ਸਿੱਖ ਦਾ ਨਿਤਨੇਮ ਪੂਰਾ ਹੁੰਦਾ। ਦਿਨ ਦਾ ਵੀ ਨਹੀਂ ਹੁੰਦਾ ਤੇ ਸ਼ਾਮ ਦਾ ਵੀ ਨਹੀਂ ਹੁੰਦਾ। ਸ਼ਾਮ ਦੇ ਨਿਤਨੇਮ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਨੇ ਇਹ ਬਾਣੀ ਲਿਖੀ ਹੈ। ਰਹਿ ਰਾਸ ਦੇ ਵਿੱਚ ਵੀ ਆਪਾਂ ਚੌਪਈ ਸਾਹਿਬ ਪੜ੍ਹਦੇ ਹਾਂ। ਸੋ ਦੋਨੇ ਨਿਤਨੇਮ ਚੌਪਈ ਸਾਹਿਬ ਦੇ ਨਾਲ ਜੋੜੇ ਨੇ ਪਾਤਸ਼ਾਹ ਜੀ ਨੇ। ਸੋ ਗੁਰੂ ਪਿਆਰ ਵਾਲਿਓ ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਾਡੇ ਨਿਤਨੇਮ ਵਿੱਚੋਂ ਵੀ ਇਹ ਬਾਣੀ ਕੱਢਣ ਦਾ ਯਤਨ ਹੋ ਰਿਹਾ ਹੈ ਅਤੇ ਅੰਮ੍ਰਿਤ ਸੰਚਾਰ ਦੇ ਵਿੱਚੋਂ ਵੀ ਇਹ ਬਾਣੀ ਕੱਢਣ ਦੇ ਯਤਨ ਕੀਤੇ ਜਾ ਰਹੇ ਨੇ। ਨਾ ਇਹਦੇ ਤੋਂ ਬਿਨਾਂ ਅੰਮ੍ਰਿਤ ਸੰਚਾਰ ਹੋਣਾ ਤੇ ਨਾ ਸਿੱਖ ਦਾ ਨਿਤਨੇਮ। ਦੋ ਚੀਜ਼ਾਂ ਜਿਹਦੇ ਵਿੱਚੋਂ ਨਿਕਲ ਗਈਆਂ, ਅੰਮ੍ਰਿਤ ਨਿਕਲ ਗਿਆ, ਨਿਤਨੇਮ ਨਿਕਲ ਗਿਆ, ਤੇ ਉਹ ਸਿੱਖ ਕੀ ਰਹਿ ਗਿਆ। ਸੋ ਇਸ ਕਰਕੇ ਇਹ ਨਿਤਨੇਮ ਦੀ ਚੌਥੀ ਬਾਣੀ ਹੈ, ਜਿਹਦੇ ਅੰਤ ਵਿੱਚ ਪਾਤਸ਼ਾਹ ਨੇ ਕਿਹਾ ਹੈ ਕਿ ਸਾਰੇ ਦਰ ਛੱਡ ਕਰਕੇ ਮੈਂ ਤੁਹਾਡਾ ਦਰ ਪਕੜਿਆ ਹੈ, ਮੇਰੀ ਬਾਂਹ ਫੜੀ ਦੀ ਲਾਜ ਤੁਹਾਨੂੰ ਹੈ, ਮੈਂ ਤੁਹਾਡਾ ਦਾਸ ਹਾਂ। ਸੋ ਆਪਾਂ ਵੀ ਇਸੇ ਤਰ੍ਹਾਂ ਸਾਰੇ ਦਰ ਛੱਡ ਕਰਕੇ, ਮੜੀਆਂ ਮਸਾਣਾ, ਦੰਬੀਆਂ ਪਖੰਡੀਆਂ ਕਬਰਾਂ, ਸਭ ਕੁਝ ਛੱਡ ਕਰਕੇ ਸਭ ਸਿੱਖਣ ਕੋ ਹੁਕਮ ਹੈ।
ਗੁਰੂ ਮਾਨਿਓ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਦਸੀ ਮਰਿਆਦਾ ਵਿੱਚ ਚੱਲ ਕਰਕੇ ਨਾਮ ਬਾਣੀ ਸਤ ਸੰਗਤ ਅਭਿਆਸ ਕਰੀਏ ਅਤੇ ਗੁਰੂ ਕੀ ਬਾਣੀ ਰੋਜ਼ ਪੜਿਆ ਕਰੀਏ ਤਾਂ ਸਾਡਾ ਭਲਾ ਹੋਵੇਗਾ। ਇਹ ਚੌਥੀ ਬਾਣੀ ਚੌਪਈ ਸਾਹਿਬ ਜੋ ਨਿਤਨੇਮ ਦੀ ਤੇ ਅੰਮ੍ਰਿਤ ਦੀ ਵੀ ਚੌਥੀ ਬਾਣੀ ਹੈ, ਉਸ ਦੀ ਵਿਆਖਿਆ ਆਪਾਂ ਗੁਰੂ ਕਿਰਪਾ ਦੁਆਰਾ ਸਰਵਣ ਕੀਤੀ ਹੈ। ਵਿਆਖਿਆ ਕਰਦਿਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ, ਅਣਜਾਣ ਜਾਣ ਕਰਕੇ ਮੁਆਫ ਕਰਨਾ, ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ। ਆਪ ਜੀ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ ਲੈਣੀਆਂ, ਅੱਗੇ ਵਾਸਤੇ ਕਿਰਪਾ ਕਰਨੀ, ਇਸੇ ਤਰ੍ਹਾਂ ਅਰਦਾਸ ਕਰਨੀ, ਇਸੇ ਤਰ੍ਹਾਂ ਸੋ ਸੇਵਾ ਕਰਦੇ ਰਹੀਏ, ਇਹ ਜੀਵਨ ਗੁਰੂ ਲੇਖੇ ਲੱਗ ਜਾਵੇ। ਇਤਨੀ ਸੇਵਾ ਪ੍ਰਵਾਨ ਕਰਿਓ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।